वाहिगुरु जी। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। वाहिगुरु जी का खालसा वाहिगुरु जी की फतेह जी। गुरु प्यारिओ, ਆਪਾਂ ਸਾਰੇ ਰਲ ਮਿਲ ਕੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਗਾਧ ਬੋਧ ਬਾਣੀ ਜਪਜੀ ਸਾਹਿਬ ਦਾ ਇਹਨੂੰ ਸਮਝਣ ਦਾ ਯਤਨ ਆਪਾਂ ਸਾਰੇ ਰਲ ਮਿਲ ਕੇ ਕਰ ਰਹੇ ਹਾਂ। ਹੁਣ ਤੱਕ ਆਪਾਂ ਸਾਰਿਆਂ ਨੇ ਰਲ ਮਿਲ ਕੇ 22 ਪੌੜੀਆਂ ਜਿਹੜੀਆਂ ਹਨ ਉਹਨਾਂ ਦਾ ਆਪਾਂ ਵਿਚਾਰ ਕਰ ਚੁੱਕੇ ਹਾਂ। ਅੱਜ 23ਵੀਂ ਪੌੜੀ ਦੀ ਆਪਾਂ ਵਿਚਾਰ ਕਰਨੀ ਹੈ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪਾਂ ਪਿਛਲੀਆਂ 2-3 ਪੌੜੀਆਂ ਦਾ ਜੋ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਦਿੱਤਾ ਉਹਨੂੰ ਸੰਖੇਪ ਦੇ ਵਿੱਚ ਆਪਾਂ ਰਿਵਾਈਜ਼ ਕਰ ਲਈਏ ਤਾਂ ਕਿ ਅੱਗੋਂ ਗੱਲ ਸਮਝਣ ਦੇ ਵਿੱਚ ਸਾਨੂੰ ਆਸਾਨੀ ਹੋ ਸਕੇ। ਸਤਿਗੁਰੂ ਜੀ ਨੇ 20ਵੀਂ ਪੌੜੀ ਦੇ ਵਿੱਚ ਸਾਨੂੰ ਇੱਕ ਸਿਧਾਂਤ ਦਿੱਤਾ ਸੀ ਕਿ ਮਨ ਦੀ ਮੈਲ ਜਿਹੜੀ ਹੈ ਉਹ ਨਾਮ ਦੇ ਰੰਗ ਵਿੱਚ ਡੁੱਬ ਕੇ ਹੀ ਉਤਰਦੀ। ਮਨ ਉੱਤੇ ਮੈਲ ਚੜ੍ਹਦੀ ਹੈ ਸਾਡੇ ਕਰਮਾਂ ਕਰਕੇ। ਕਰਮ ਕਰਕੇ ਸਾਡੇ ਮਾੜੇ ਸੰਸਕਾਰ ਬਣ ਜਾਂਦੇ ਹਨ ਤੇ ਮਨ ਨੂੰ ਮੈਲਾ ਕਰ ਦਿੰਦੇ ਹਨ। ਤੇ ਜਦੋਂ ਮਨ ਮੈਲਾ ਹੋ ਜਾਂਦਾ ਹੈ ਤਾਂ ਫਿਰ ਇਹ ਸੰਸਕਾਰ ਮਾੜੇ ਹੋਣ ਕਰਕੇ, ਮਨ ਮੈਲਾ ਹੋਣ ਕਰਕੇ ਅੱਗੋਂ ਫਿਰ ਜਿਹੜੇ ਕਰਮ ਹੁੰਦੇ ਹਨ ਉਹ ਵੀ ਮੈਲੇ ਹੀ ਹੁੰਦੇ ਹਨ। ਤੇ ਇਉਂ ਇਹ ਇੱਕ ਐਂਡਲੈਸ ਸਾਈਕਲ ਬਣ ਜਾਂਦਾ ਹੈ ਜਿਹਦੇ ਵਿੱਚ ਅਸੀਂ ਫਸ ਜਾਂਦੇ। ਤੇ ਸਤਿਗੁਰਾਂ ਨੇ ਸਾਨੂੰ ਕਿਹਾ ਕਿ ਜੇ ਉਸ ਪ੍ਰਭੂ ਦੇ ਨਾਲ ਪਿਆਰ ਕਰਨਾ ਹੈ ਤਾਂ ਮਨ ਦੇ ਮੈਲ ਨੂੰ ਉਤਾਰਨਾ ਹੈ। ਤੇ ਮਨ ਦੀ ਮੈਲ ਜਿਹੜੀ ਹੈ ਉਹ ਨਾਮ ਦੇ ਰੰਗ ਵਿੱਚ ਡੁੱਬ ਕੇ ਹੀ, ਆਪਣੇ ਮਨ ਨੂੰ ਨਾਮ ਦੇ ਰੰਗ ਦੇ ਵਿੱਚ ਡੋਬ ਕੇ ਹੀ ਉਹ ਉਤਾਰੀ ਜਾ ਸਕਦੀ ਹੈ। ਜਿਹੜੇ ਵੀ ਅਸੀਂ ਕਰਮ ਕਰਦੇ ਹਾਂ ਉਹਦਾ ਫਲ ਤੇ ਅਸੀਂ ਆਪ ਹੀ ਭੁਗਤਣਾ ਹੈ। ਇਹ ਤਾਂ ਇੱਕ ਮੁੱਢਲਾ ਸਿਧਾਂਤ ਹੈ। ਤੇ ਮਾੜੇ ਕਰਮ ਤੋਂ ਬਿਨਾਂ ਮਾੜੇ ਸੰਸਕਾਰ ਤੇ ਹੋਰ ਮਾੜੇ ਕਰਮ ਇਹੀ ਸਾਡੇ ਜਨਮ ਮਰਨ ਦਾ ਕਾਰਨ ਹੁੰਦੇ। ਤੋ ਬਿਨਾਂ ਜਦੋਂ ਤੱਕ ਸਾਡੇ ਕਰਮ ਚੰਗੇ ਨਹੀਂ ਹੁੰਦੇ, ਅਮਲੀ ਸ਼ੁਭ ਕਰਮ ਨਹੀਂ ਹੁੰਦੇ। ਇਹ ਕੋਈ ਕਰਮ ਕਾਂਡ ਦੀ ਗੱਲ ਨਹੀਂ। ਸਾਡੇ ਜਦੋਂ ਤੱਕ ਕਰਮ ਸ਼ੁਭ ਨਹੀਂ ਹੁੰਦੇ ਉਦੋਂ ਤੱਕ ਅਸੀਂ ਭਗਤੀ ਵੀ ਨਹੀਂ ਕਰ ਸਕਦੇ, ਭਗਤੀ ਵੀ ਨਹੀਂ ਹੋ ਸਕਦੀ। ਕਿਉਂਕਿ ਜਦੋਂ ਅਸੀਂ ਅਖੌਤੀ ਜਿਹੜੇ ਕਰਮ ਕਾਂਡੀ ਕਰਮ ਹਨ ਉਹਨਾਂ ਦੀ ਸਤਿਗੁਰਾਂ ਨੇ ਗੱਲ ਕਰਕੇ ਸਮਝਾਇਆ ਹੈ ਕਿ ਤੀਰਥ, ਤਪ, ਦਇਆ ਤੇ ਦਤ ਦਾਨ, ਦਿੱਤਾ ਹੋਇਆ ਦਾਨ, ਜਦੋਂ ਇਹਨਾਂ ਦੀ ਗੱਲ ਕਰਦੇ ਹਨ ਤੇ ਸਤਿਗੁਰੂ ਕਹਿੰਦੇ ਹਨ ਕਿ ਜਦੋਂ ਤੱਕ ਸਾਡੇ ਅੰਦਰ ਜੋ ਮੌਜੂਦ ਹੈ ਨਾਮ ਦਾ ਘਰ, ਭਾਵ ਨਾਮ ਰੂਪੀ ਤੀਰਥ ਜੋ ਸਾਡੇ ਅੰਦਰ ਮੌਜੂਦ ਹੈ, ਜਦੋਂ ਤੱਕ ਉਸ ਨਾਮ ਰੂਪੀ ਤੀਰਥ ਦੇ ਵਿੱਚ ਅਸੀਂ ਇਸ਼ਨਾਨ ਨਹੀਂ ਕਰਦੇ, ਇਹ ਬਾਹਰਲੀਆਂ ਜਿਹੜੇ ਅਖੌਤੀ ਕਰਮ ਹਨ, ਚੰਗੇ ਕਰਮ, ਪੁੰਨ ਕਹਿ ਲਈਏ ਜਾਂ ਕੁਛ ਵੀ ਕਹਿ ਲਈਏ, ਕਰਮ ਕਾਂਡ ਕਹਿ ਲਈਏ, ਇਹ ਸਾਰੇ ਨਿਗੁਣੇ ਹਨ। ਇਹਨਾਂ ਦਾ ਸਾਡੇ ਧਾਰਮਿਕ ਜੀਵਨ ਉੱਤੇ ਕੋਈ ਅਸਰ ਨਹੀਂ ਕਰਦਾ। ਸਾਡਾ ਆਤਮਿਕ ਸਫ਼ਰ ਉਦੋਂ ਹੀ ਚੱਲਦਾ ਹੈ ਜਦੋਂ ਅਸੀਂ ਸ਼ੁਭ ਗੁਣਾਂ ਦੇ ਵਿੱਚ ਸ਼ੁਭ ਗੁਣ ਧਾਰਨ ਕਰਦੇ ਹਾਂ। ਸਾਡੇ ਅਮਲੀ ਜਿਹੜੇ ਕਰਮ ਹਨ ਉਹ ਸ਼ੁਭ ਬਣਦੇ ਹਨ, ਕਿਉਂਕਿ ਗੁਣਾਂ ਤੋਂ ਬਿਨਾਂ ਕਰਮ ਵੀ ਸ਼ੁਭ ਨਹੀਂ ਹੋ ਸਕਦੇ। ਤੋ ਸਤਿਗੁਰੂ ਜੀ ਕਹਿੰਦੇ ਹਨ ਕਿ ਗੁਣ ਧਾਰਨ ਕੀਤੇ ਬਿਨਾਂ ਉਸ ਪ੍ਰਭੂ ਦੀ ਭਗਤੀ ਵੀ ਨਹੀਂ ਹੋ ਸਕਦੀ। ਤੇ ਇਹ ਗੁਣ ਜਿਹੜੇ ਹਨ ਜਿਨ੍ਹਾਂ ਨੂੰ ਧਾਰਨ ਕਰਕੇ ਉਹਦੇ ਨਾਲ ਜੁੜਨਾ ਹੈ, ਉਹ ਗੁਣ ਵੀ ਉਹਦੇ ਤੋਂ ਹੀ ਪ੍ਰਾਪਤ ਹੋਣੇ ਹਨ। ਸਾਡੇ ਕੋਲ ਆਪਣਾ ਕੋਈ ਅਜਿਹਾ ਗੁਣ ਨਹੀਂ ਜਿਹਦੇ ਨਾਲ ਅਸੀਂ ਉਹਦੇ ਨਾਲ ਜੁੜ ਸਕੀਏ। ਤੋ ਸਤਿਗੁਰੂ ਜੀ ਕਹਿੰਦੇ ਹਨ ਕਿ ਸਾਡੇ ਵਾਸਤੇ ਇਹੀ ਰਾਹ ਹੈ ਕਿ ਅਸੀਂ ਪ੍ਰਭੂ ਦੇ ਗੁਣ ਗਾਈਏ, ਉਹਦੇ ਗੁਣ ਗਾ ਕੇ ਉਹਦੇ ਗੁਣ ਧਾਰਨ ਕਰਨ ਦਾ ਯਤਨ ਕਰੀਏ। ਕੇਵਲ ਉਸ ਅਕਾਲ ਪੁਰਖ ਨਾਲ ਜੁੜੀਏ, ਨਾ ਕਿ ਕਿਸੇ ਹੋਰ ਅਖੌਤੀ ਜਿਹੜੇ ਬਣਾ ਲਏ ਗਏ ਹਨ ਬ੍ਰਹਮਾ ਦੇ ਨਾਲ ਜਾਂ ਹੋਰ ਮਾਇਆ ਦੇ ਸਾਧਨਾਂ ਦੇ ਨਾਲ, ਕਿਸੇ ਹੋਰ ਵੱਖਰੀ ਹਸਤੀ ਨਾਲ ਨਹੀਂ ਜੁੜਨਾ। ਕਿਉਂਕਿ ਜਿੰਨੀਆਂ ਵੀ ਵੱਖਰੀਆਂ ਹਸਤੀਆਂ ਹਨ ਉਹ ਤੇਰੀਆਂ ਹੀ ਬਣਾਈਆਂ ਹੋਈਆਂ, ਉਹ ਤੇਰੇ ਹੀ ਕੀਤੇ ਹੋਏ ਹਨ। ਇਸ ਕਰਕੇ ਜਿਹੜਾ ਸਾਡਾ ਆਤਮਿਕ ਸਫ਼ਰ ਹੈ
ਉਹ ਅਕਾਲ ਪੁਰਖ ਨਾਲ ਜੁੜਨ ਕਰਕੇ ਹੀ ਅੱਗੇ ਚੱਲਣਾ ਹੈ। ਹੋਰ ਅਜਿਹੇ ਗੁੰਝਲਾਂ ਦੇ ਵਿੱਚ ਪੈਣ ਦੇ ਨਾਲ ਕਿ ਕੌਣ ਕੀ ਹੈ, ਕਿਸ ਨੇ ਕੀ ਬਣਾਇਆ ਹੈ, ਕਿਹੜਾ ਕਰਤਾ ਹੈ, ਅਖੌਤੀ ਮੰਨ ਕੇ ਜਾਂ ਅਸੀਂ ਮਾਇਆ ਦੇ ਨਾਲ ਜੁੜ ਕੇ, ਭਾਵ ਉਹਦੇ ਕੀਤੇ ਹੋਏ ਨਾਲ ਜੁੜ ਕੇ ਅਸੀਂ ਅੱਗੇ ਨਹੀਂ ਵੱਧ ਸਕਦੇ। ਸਾਡਾ ਸਫ਼ਰ ਤਾਂ ਉਦੋਂ ਹੀ ਸਫਲ ਹੋ ਸਕਦਾ ਹੈ ਜਦੋਂ ਅਸੀਂ ਅਕਾਲ ਪੁਰਖ ਦੀ ਹਸਤੀ ਦੇ ਨਾਲ, ਅਕਾਲ ਪੁਰਖ ਦੇ ਗੁਣਾਂ ਦੇ ਨਾਲ ਜੁੜੀਏ। ਤੇ ਜੁੜਨ ਦਾ ਢੰਗ ਹੈ ਉਸ ਅਕਾਲ ਪੁਰਖ ਦੇ ਗੁਣ ਗਾਣੇ। ਇੱਥੇ ਸਤਿਗੁਰੂ ਜੀ ਨਾਲ ਸਾਨੂੰ ਇੱਕ ਕੌਸ਼ਨ ਵੀ ਕਰਦੇ ਹਨ ਕਿ ਆਤਮਿਕ ਸਫ਼ਰ ਨੂੰ ਇਹਨਾਂ ਜਿਹੜੀਆਂ ਅਣਲੋੜੀਂਦੀਆਂ ਗੁੰਝਲਾਂ ਨੇ ਕੁਝ, ਉਹ ਸਤਿਗੁਰੂ ਜੀ ਨੇ ਦੱਸਿਆ ਕਿ ਉਹਨਾਂ ਵਿੱਚ ਫਸਣ ਦੇ ਨਾਲ ਸਾਡਾ ਆਤਮਿਕ ਸਫ਼ਰ ਅੱਗੇ ਤੁਰ ਨਹੀਂ ਪਾਏਗਾ। ਅਸੀਂ ਰਸਤੇ ਵਿੱਚ ਇਹਨਾਂ ਰੁਕਾਵਟਾਂ ਦੇ ਵਿੱਚ ਰੁਕ ਜਾਵਾਂਗੇ। ਉਦਾਹਰਨ ਉਹਨਾਂ ਨੇ ਇਸ ਜਗਤ ਦੀ ਰਚਨਾ ਦੀ ਦਿੱਤੀ ਹੈ ਕਿ ਕਦੋਂ ਇਹ ਰਚਨਾ ਰਚੀ ਹੈ। ਸਤਿਗੁਰੂ ਕਹਿੰਦੇ ਹਨ ਕਿ ਇਹ ਗੁੰਝਲ ਤਾਂ ਅੱਜ ਤੱਕ ਹੱਲ ਨਹੀਂ ਹੋਈ। ਕੋਈ ਵੱਧ ਤੋਂ ਵੱਧ ਸਿਆਣਾ ਆਪਣੇ ਆਪ ਨੂੰ ਸਮਝ ਕੇ ਵੀ ਜਦੋਂ ਇਹ ਦੱਸਣ ਦਾ ਯਤਨ ਕਰਦਾ ਹੈ ਤਾਂ ਵੀ ਇਹ ਮਸਲਾ ਹੱਲ ਨਹੀਂ ਹੁੰਦਾ। ਤੇ ਨਾ ਹੀ ਅਜਿਹਾ ਕਰਨ ਵਾਲਾ ਅਕਾਲ ਪੁਰਖ ਦੀ ਨਜ਼ਰ ਵਿੱਚ ਕਬੂਲ ਹੁੰਦਾ ਹੈ, ਕਿਉਂਕਿ ਅਕਾਲ ਪੁਰਖ ਨੂੰ ਤਾਂ ਇੱਕੋ ਹੀ ਗੱਲ ਚੰਗੀ ਲੱਗਦੀ ਹੈ ਕਿ ਜਦੋਂ ਸਾਡੇ ਅਮਲੀ ਕਰਮ ਇਸ ਜੀਵਨ ਨੂੰ ਜਿਉਂਦਿਆਂ ਹੋਇਆਂ ਜਿਹੜੇ ਕੰਮ ਅਸੀਂ ਕਰ ਰਹੇ ਹਾਂ, ਜਿਹੜੇ ਕਰਮ ਅਸੀਂ ਕਰ ਰਹੇ ਹਾਂ, ਉਹ ਸ਼ੁਭ ਹੋਣਗੇ ਤੇ ਅਸੀਂ ਅਕਾਲ ਪੁਰਖ ਦੀ ਨਜ਼ਰ ਦੇ ਵਿੱਚ ਕਬੂਲ ਹੋ ਸਕਦੇ ਹਾਂ। ਤੇ ਉਹ ਉਸ ਦਾ ਸਾਧਨ ਇਹੀ ਹੈ ਕਿ ਅਸੀਂ ਉਸ ਦੀ ਵਡਿਆਈ ਦੇ ਨਾਲ ਜੁੜੀਏ, ਉਸ ਦੇ ਗੁਣਾਂ ਨਾਲ ਜੁੜੀਏ, ਤਾਂ ਕਿ ਅਸੀਂ ਆਪਣੇ ਜੀਵਨ ਦੇ ਅੰਦਰ ਗੁਣ ਧਾਰਨ ਕਰ ਸਕੀਏ, ਸਾਡਾ ਜੀਵਨ ਪਵਿੱਤਰ ਬਣ ਸਕੇ, ਸਾਡੀ ਆਤਮਾ ਮੈਲ ਰਹਿਤ ਹੋ ਸਕੇ। ਤਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਇਸ ਕਰਕੇ ਸਾਨੂੰ ਉਸ ਅਕਾਲ ਪੁਰਖ ਦੇ ਵਡਿਆਈ ਦੇ ਨਾਲ ਹੀ ਜੁੜਨਾ ਚਾਹੀਦਾ ਹੈ। ਹੋਰ ਸਾਡੇ ਪਾਸ ਕੋਈ ਸਾਧਨ ਨਹੀਂ ਇਸ ਜਨਮ ਨੂੰ ਸਫਲ ਕਰਨ ਦਾ, ਉਹਦੇ ਨਾਲ ਜੁੜਨ ਦਾ। ਸਤਿਗੁਰੂ ਜੀ ਕਹਿੰਦੇ ਹਨ ਅੱਗੇ ਹੋਰ ਕਿ ਇਸ ਰਚਨਾ ਦੀ ਬਾਬਤ ਵੀ ਕੋਈ ਗਿਣਤੀਆਂ ਮਿਣਤੀਆਂ ਵਿੱਚ ਨਹੀਂ ਪੈਣਾ ਚਾਹੀਦਾ, ਕਿਉਂਕਿ ਇਹ ਇੱਕ ਵੱਡੀ ਅਧਿਆਤਮਕ ਗਲਤੀ ਹੈ। ਗਲਤੀ ਇਸ ਕਰਕੇ ਹੈ ਕਿ ਐਸਾ ਕਰਨਾ ਤਾਂ ਇੱਕ ਅਲੇਖ ਨੂੰ ਲੇਖੇ ਦੇ ਵਿੱਚ ਸਮੇਟਣ ਦਾ ਯਤਨ ਕਰਨਾ, ਕਿਉਂਕਿ ਉਹ ਅਕਾਲ ਪੁਰਖ ਦਾ ਅਲੇਖ ਹੈ। ਅਲੇਖ ਹੋਣ ਦੇ ਕਾਰਨ ਕਿਸੇ ਵੀ ਲੇਖੇ ਦੇ ਵਿੱਚ ਉਹਨੂੰ ਸਮਾਇਆ ਨਹੀਂ ਜਾ ਸਕਦਾ। ਨਾ ਹੀ ਵੇਦਾਂ ਦਾ ਗਿਆਨ ਤੇ ਨਾ ਹੀ ਜਿਹੜੀਆਂ 4 ਇਲਹਾਮੀ ਪੁਸਤਕਾਂ ਕਿਤਾਬਾਂ ਮੰਨੀਆਂ ਗਈਆਂ ਹਨ, ਉਹ ਵੀ ਇਹਦੇ ਬਾਰੇ ਸਹੀ ਗਿਆਨ ਨਹੀਂ ਦੇ ਰਹੀ। ਉਹਦੇ ਲੇਖਕ ਕਰਨ ਲਈ ਇਹ ਜੋ ਗਿਣਤੀਆਂ, ਇਹ ਗਿਣਤੀਆਂ ਕਿਸੇ ਤਰ੍ਹਾਂ ਵੀ ਸਫਲ ਨਹੀਂ ਹੋ ਸਕਦੀਆਂ, ਕਿਉਂਕਿ ਉਹ ਤਾਂ ਲੇਖ ਹੈ। तो इस करके साडे ਲਈ ਤਾਂ ਬਸ ਇਤਨਾ ਹੀ ਉਹਦੀ ਵਡਿਆਈ ਕਰੀ, ਸਲਾਹ ਕਰੀਏ, ਕਿਉਂਕਿ ਉਹ ਕਿੰਨਾ ਵੱਡਾ ਹੈ ਇਸ ਗੱਲ ਨੂੰ ਅਸੀਂ ਨਹੀਂ, ਉਹ ਕਿੰਨਾ ਵੱਡਾ ਹੈ ਉਹ ਅਸੀਂ ਅੰਦਾਜ਼ਾ ਨਹੀਂ ਲਗਾ ਸਕਦੇ। तो बस साढ़े वास्ते तो इन्नी गल ही काफ़ी है। साडा बनदा ही काम ये है कि असीं उस दियां वडियाइयां नूं गाईए, ਉਹਦੇ ਗੁਣਾਂ ਨੂੰ ਗਾਈਏ ਤੇ ਉਹਦੇ ਗੁਣਾਂ ਦੇ ਨਾਲ ਜੁੜ ਕੇ ਆਪਣੇ ਅੰਦਰ ਉਸ ਅਕਾਲ ਪੁਰਖ। तो सतगुरु जी ने ਇਹਨਾਂ 3 ਪੌੜੀਆਂ ਵਿੱਚ ਜੋ ਸਾਨੂੰ ਦੱਸਿਆ ਹੈ ਕਿ ਨਾਮ ਹੀ ਉਹ ਸਾਧਨ ਹੈ ਜਿਹੜਾ ਸਾਡੇ ਜੀਵਨ ਨੂੰ ਪਵਿੱਤਰ ਬਣਾ ਸਕਦਾ ਹੈ, ਤੇ ਨਾਲ ਹੀ ਉਹਨਾਂ ਕੰਮਾਂ ਤੋਂ ਬਚਣ ਦੀ ਚੇਤਾਵਨੀ ਦਿੰਦੇ ਹਨ ਜਿਨ੍ਹਾਂ ਦੇ ਨਾਲ ਅਸੀਂ ਪ੍ਰਭੂ ਨਾਲ ਉਖੜ ਜਾਂਦੇ ਹਾਂ। ਇਹ ਰਸਤੇ ਵਿੱਚ, ਸਾਡੇ ਰਸਤੇ ਵਿੱਚ ਰੁਕਾਵਟ ਬਣ ਜਾਂਦੀ ਹੈ। ਹੁਣ ਸਤਿਗੁਰੂ ਜੀ ਅਗਲੀਆਂ 2 ਪੌੜੀਆਂ ਦੇ ਵਿੱਚ ਜੋ ਗੱਲ ਦ੍ਰਿੜ ਕਰਾਉਂਦੇ ਹਨ ਕਿ ਜਗਿਆਸੂ ਨੂੰ ਇਹੀ ਗੱਲ ਸ਼ੋਭਾ ਦਿੰਦੀ ਹੈ ਕਿ ਉਹਦੇ ਗੁਣ ਗਾ ਗਾ ਕੇ ਉਹਦੇ ਵਿੱਚ ਲੀਨ ਹੋਇਆ ਜਾਵੇ, ਉਹਦੇ ਨਾਲ ਜੁੜਿਆ ਜਾਵੇ, ਉਹਦੇ ਰੰਗ ਵਿੱਚ ਰੰਗਿਆ ਜਾਵੇ। ਆਓ ਜੋ ਅੱਜ ਦੀ ਪੌੜੀ ਹੈ ਉਸ ਦੀ ਵਿਚਾਰ ਆਪਾਂ ਕਰਨ ਤੋਂ ਪਹਿਲਾਂ ਉਸ ਪੌੜੀ ਦਾ ਇੱਕ ਵਾਰੀ ਪਾਠ ਕਰ ਲਈਏ ਜੀ। ਸਾਲਾ ਹੀ ਸਾਲਾ
एती सुत न पाइया नदियां तैवा पवै समुंद न जानिया। समुंद शाह सुल्तान गिरहा सेती माल धन कीड़ी तुल न होनी जे तिस मनो न विसर। ਹੁਣ ਇਹ ਚਾਰ ਪੰਕਤੀਆਂ ਦੀ ਸਤਿਗੁਰਾਂ ਨੇ ਜੋ ਸਾਨੂੰ ਪੌੜੀ ਬਖਸ਼ਿਸ਼ ਕੀਤੀ ਹੈ, ਇਹਦੇ ਵਿੱਚ ਸਤਿਗੁਰਾਂ ਨੇ ਸਾਡਾ ਜੋ ਵਿਸ਼ਾ ਚੱਲ ਰਿਹਾ ਹੈ ਉਹਦੇ ਸੰਬੰਧ ਦੇ ਵਿੱਚ ਸਤਿਗੁਰਾਂ ਨੇ ਇੱਕ ਢੰਗ ਦੇ ਨਾਲ ਸਾਨੂੰ ਨਾਮ ਦੇ ਨਾਲ ਜੁੜਨ ਦੀ ਜਿਹੜੀ ਵਡਿਆਈ ਹੈ ਉਹ ਸਮਝਾਈ ਹੈ। ਸਾਲਾ ਹੀ ਸਾਲਾ, ਸਲਾਹੀ ਹੋਇਆ ਉਹ ਅਕਾਲ ਪੁਰਖ ਪ੍ਰਭੂ ਜੋ ਸਲਾਹੁਣ ਜੋਗ ਹੈ। ਤੇ ਸਲਾਹ ਮਤਲਬ ਭਾਵ ਇਹ ਹੈ ਕਿ ਸਲਾਹ ਸਲਾਹ ਕੇ ਉਹਦੇ ਗੁਣ ਗਾ ਗਾ ਕੇ ਉਹਦੀ ਉਸਤਤ ਕਰ ਕਰ ਏਤੀ ਸੁਰਤ ਨਾ ਪਾਈ। ਏਤੀ ਸੁਰਤ ਭਾਵ ਇੰਨੀ ਸਮਝ ਨਾ ਪਾਈਆ ਕਿਸੇ ਨੇ ਨਹੀਂ ਪਾਈ। ਸਤਿਗੁਰੂ ਜੀ ਕਹਿੰਦੇ ਹਨ ਕਿ ਉਹ ਸਲਾਹੁਣ ਯੋਗ ਗੁਣਾਂ ਦੇ ਖਜ਼ਾਨੇ ਉਸ ਵੱਡੇ ਅਕਾਲ ਪੁਰਖ ਦੀਆਂ ਵਡਿਆਈਆਂ ਨੂੰ ਆਖ ਆਖ ਕੇ ਗਾ ਗਾ ਕੇ ਕਿਸੇ ਮਨੁੱਖ ਨੂੰ ਇਤਨੀ ਸਮਝ ਨਹੀਂ ਆਈ, ਉਹਨੇ ਇਤਨੀ ਸਮਝ ਪ੍ਰਾਪਤ ਨਹੀਂ ਕੀਤੀ ਕਿ ਅਕਾਲ ਪੁਰਖ ਕਿੰਨਾ ਕੁ ਵੱਡਾ। ਸਤਿਗੁਰੂ ਇੱਥੇ ਜਿਹੜੀ ਗੱਲ ਸਾਨੂੰ ਜਿਹਨੂੰ ਕਹਿੰਦੇ ਹਨ ਕਿ ਫੰਡਾਮੈਂਟਲ ਗੱਲ ਸਾਡੇ ਲਈ ਕਲੀਅਰ ਕਰ ਰਹੇ ਹਨ, ਸਾਨੂੰ ਸਮਝਾ ਰਹੇ ਹਨ ਕਿ ਉਹਦੀ ਉਸਤਤ ਕਰਨ ਦਾ ਮਨੋਰਥ ਕੀ ਹੈ ਤੇ ਕੀ ਨਹੀਂ, ਉਹਦੇ ਗੁਣ ਗਾਉਣ ਦਾ ਮਨੋਰਥ ਕੀ ਹੈ ਤੇ ਕੀ ਨਹੀਂ। ਉਹਦੇ ਗੁਣ ਗਾਉਣ ਦਾ ਮਨੋਰਥ ਇਹ ਨਹੀਂ ਕਿ ਅਸੀਂ ਉਹ ਅਕਾਲ ਪੁਰਖ ਕਿੰਨਾ ਕੁ ਵੱਡਾ ਹੈ ਇਹਦਾ ਕੋਈ ਅੰਦਾਜ਼ਾ ਅਸੀਂ ਪ੍ਰਾਪਤ ਕਰ ਏਤੀ ਸੁਰਤ ਨਾ ਪਾਈ। ਭਾਵ ਇਹ ਹੈ ਕਿ ਕਿਤੇ ਇਹ ਭੁਲੇਖੇ ਦੇ ਵਿੱਚ ਅਸੀਂ ਨਾ ਪੈ ਜਾਈਏ ਕਿ ਅਸੀਂ ਉਹਦੇ ਗੁਣ ਗਾ ਰਹੇ ਹਾਂ, ਸਾਨੂੰ ਇਉਂ ਲੱਗਦਾ ਹੈ ਕਿ ਸਾਨੂੰ ਦੁਨਿਆਵੀ ਸੋਝੀ ਤੋਂ ਇਲਾਵਾ ਹੋਰ ਸੋਝੀ ਪ੍ਰਾਪਤ ਹੋਈ ਹੈ, ਤਾਂ ਅਸੀਂ ਕਿਤੇ ਇਹ ਨਾ ਸਮਝਣ ਲੱਗ ਜਾਈਏ ਕਿ ਵੀ ਸਾਨੂੰ ਇਹ ਸਮਝ ਲੱਗ ਜਾਏਗੀ ਕਿ ਉਹ ਅਕਾਲ ਪੁਰਖ ਕਿੰਨਾ ਕੁ ਵੱਡਾ। ਕਿਉਂਕਿ ਉਹਦੇ ਗੁਣ ਗਾਉਣ ਦਾ ਜਿਹੜਾ ਮਨੋਰਥ ਹੈ ਉਹ ਸਤਿਗੁਰੂ ਸਾਨੂੰ ਪਹਿਲਾਂ ਕਲੀਅਰ ਕਰ ਚੁੱਕੇ ਹਨ ਕਿ ਗੁਣ ਗਾਉਣ ਦਾ ਮਨੋਰਥ ਇਹ ਹੈ ਕਿ ਅਸੀਂ ਉਸ ਦੇ ਗੁਣਾਂ ਦੇ ਨਾਲ ਜੁੜਨਾ ਹੈ ਤਾਂ ਕਿ ਅਸੀਂ ਉਸ ਤੋਂ ਗੁਣਾਂ ਦੀ ਪ੍ਰਾਪਤੀ ਕਰ ਸਕੀਏ। ਗੁਣਾਂ ਦੀ ਪ੍ਰਾਪਤੀ ਕਰਕੇ ਆਪਣੇ ਅਮਲ ਚੰਗੇ ਬਣਾ ਸਕੀਏ, ਸ਼ੁਭ ਅਮਲ ਬਣਾ ਸਕੀਏ, ਤਾਂ ਕਿ ਸਾਡੇ ਉੱਤੇ, ਸਾਡੇ ਮਨ ਉੱਤੇ, ਸਾਡੇ ਜੀਵਨ ਉੱਤੇ ਜੋ ਮਾੜੇ ਕਰਮਾਂ ਦੀ ਮੈਲ ਚੜ੍ਹ ਰਹੀ ਹੈ ਉਹ ਚੜ੍ਹਨੀ ਬਣਦੀ ਹੈ। ਇਹ ਤਾਂ ਮਨੋਰਥ ਸਤਿਗੁਰੂ ਕਹਿੰਦੇ ਹਨ ਕਿ ਉਹਦੇ ਗੁਣ ਗਾਉਣ ਦਾ ਹੈ, ਪਰ ਇਹ ਮਨੋਰਥ ਨਹੀਂ ਹੈ ਕਿ ਅਸੀਂ ਉਹਦੇ ਗੁਣ ਗਾ ਗਾ ਕੇ ਜਿਉਂ-ਜਿਉਂ ਸਾਡਾ ਅਧਿਆਤਮਕ ਆਤਮਿਕ ਸਫ਼ਰ ਜਿਹੜਾ ਹੈ ਉਹ ਅੱਗੇ ਚੱਲੇ ਤਾਂ ਇਹ ਸੋਚਣ ਦੀ ਭੁੱਲ ਅਸੀਂ ਨਾ ਕਰੀਏ ਕਿ ਅਸੀਂ ਸ਼ਾਇਦ ਕਿਸੇ ਤਰ੍ਹਾਂ ਉਸ ਅਕਾਲ ਪੁਰਖ ਨੂੰ ਉਹਦਾ ਕੋਈ ਮਾਪ ਲੈ ਸਕੀਏ, ਉਹ ਕਿੰਨਾ ਕੁ ਵੱਡਾ ਹੈ ਅਸੀਂ ਇਹ ਸਮਝ ਸਕੀਏ, ਜਾਂ ਇਹ ਸਮਝ ਲਓ ਕਿ ਅਸੀਂ ਉਹਦੀਆਂ ਗਿਣਤੀਆਂ ਮਿਣਤੀਆਂ ਨੂੰ ਸਮਝ ਸਕੀਏ ਵੀ ਅਸੀਂ ਇਹ ਦੱਸਣ ਜੋਗੇ ਹੋ ਜਾਈਏ ਕਿ ਉਹ ਅਕਾਲ ਪੁਰਖ ਕਿੱਡਾ ਕੁ ਵੱਡਾ ਹੈ, ਉਹਦੀ ਰਚਨਾ ਕਿੰਨੀ ਕੁ ਵੱਡੀ ਹੈ, ਉਹਨੇ ਰਚਨਾ ਕਦੋਂ ਰਚੀ ਹੈ, ਕਿਵੇਂ ਰਚੀ ਹੈ, ਕਿੰਨੇ ਦਿਨਾਂ ਵਿੱਚ ਰਚੀ ਹੈ, ਕਿਹੜੇ ਵਾਰ ਨੂੰ ਕਿਹੜੇ ਚਿੰਨ੍ਹ। ਕਹਿਣ ਤੋਂ ਭਾਵ ਇਹ ਹੈ ਸਤਿਗੁਰੂ ਸਾਨੂੰ ਇਹ ਸਮਝਾ ਰਹੇ ਹਨ ਆਪਣੇ ਭਗਤ ਦੇ ਨਾਲ ਕਿ ਉਹਦੀ ਉਸਤਤ ਕਰਨ ਦੇ ਨਾਲ, ਉਸਦੇ ਗੁਣ ਗਾਉਣ ਦੇ ਨਾਲ ਸਾਨੂੰ ਇਹ ਪ੍ਰਾਪਤੀ ਨਹੀਂ ਹੋ ਸਕਦੀ ਕਿ ਸਾਨੂੰ ਉਹਦੀ ਸਮਝ ਜਿਹੜੀ ਹੈ ਉਹ ਵੱਡੀ ਹੋ ਜਾਵੇ ਕਿ ਅਕਾਲ ਪੁਰਖ ਕਿੱਡਾ ਕੁ ਵੱਡਾ। ਕਾਰਨ ਕੀ ਹੈ ਕਿ ਜਦੋਂ ਅਸੀਂ ਅਕਾਲ ਅਕਾਲ ਪੁਰਖ ਦੇ ਗੁਣ ਗਾਉਂਦੇ ਹਾਂ, ਜਿਹੜਾ ਉਹਦੀ ਸਿਫਤ ਸਲਾਹ ਕਰਨ ਵਾਲਾ ਹੈ ਉਹ ਉਹਦੇ ਵਿੱਚ ਹੀ ਲੀਨ ਹੋ ਜਾਂਦਾ। ਸਤਿਗੁਰੂ ਅਗਲੀ ਪੰਕਤੀ ਦੇ ਵਿੱਚ ਸਮਝਾਉਂਦੇ ਹਨ, ਨਦੀਆਂ ਅਤੈਵਾ ਪਵੈ ਸਮੁੰਦ ਨਾ ਜਾਣੀਐ। ਨਦੀਆਂ ਭਾਵ ਨਦੀਆਂ ਤੇ ਦਰਿਆ ਅਤੇ ਵਾਹ ਭਾਵ ਵਹਿਣ ਵਾਲੇ ਨਾਲੇ, ਵਹਿਣ ਜਾਂ ਨਾਲੇ। ਪਵੈ ਭਾਵ ਪੈਂਦੇ ਹਨ, ਸਮੁੰਦਰ ਦੇ ਵਿੱਚ
ਨਾ ਜਾਣੀਏ। ਹੁਣ ਸਤਿਗੁਰੂ ਕਹਿੰਦੇ ਹਨ ਕਿ ਉਹਦੇ ਗੁਣ ਗਾਣ ਦਾ ਮਕਸਦ ਕੀ ਹੈ ਕਿ ਜਿਵੇਂ ਨਦੀਆਂ ਅਤੇ ਹੋਰ ਨਾਲੇ ਜਾਂ ਵਹਿਣ ਜਿਹੜੇ ਇਸ ਧਰਤੀ ਉੱਤੇ ਚੱਲਦੇ ਹਨ, ਜਿਨ੍ਹਾਂ ਵਿੱਚ ਬਰਸਾਤ ਦਾ, ਪਹਾੜਾਂ ਦਾ, ਬਰਫ਼ ਦਾ ਪਾਣੀ ਚੱਲਦਾ ਹੈ, ਉਹ ਚੱਲਦਾ ਚੱਲਦਾ ਅੰਤ ਨੂੰ ਸਮੁੰਦਰ ਤੱਕ ਪਹੁੰਚਦਾ ਹੈ ਤੇ ਉਹਦੇ ਵਿੱਚ ਸਮਾ ਜਾਂਦਾ ਹੈ। ਪਰ ਸਤਿਗੁਰੂ ਕਹਿੰਦੇ ਹਨ ਕਿ ਜਦੋਂ ਉਹ ਸਮੁੰਦਰ ਦੇ ਵਿੱਚ ਪੈ ਜਾਂਦੇ ਹਨ ਤਾਂ ਫਿਰ ਉਹ ਸਮੁੰਦਰ ਹੀ ਬਣ ਜਾਂਦੇ ਹਨ। ਉਹ ਸਮੁੰਦਰ ਤੋਂ ਵੱਖਰੇ ਨਹੀਂ ਹਨ ਕਿਸੇ ਵੀ ਤਰ੍ਹਾਂ, ਨਾ ਜਾਣੀਏ ਭਾਵ ਉਹ ਵੱਖਰੇ ਪਛਾਣੇ ਨਹੀਂ ਜਾ ਸਕਦੇ। ਉਹ ਜੋ ਸਮੁੰਦਰ ਦੇ ਵਿੱਚ ਪੈ ਗਏ, ਸਮੁੰਦਰ ਹੀ ਬਣ ਗਏ, ਤਾਂ ਫਿਰ ਉਹ ਭਲਾ ਇਹ ਕਿਵੇਂ ਦੱਸ ਸਕਦੇ ਹਨ ਕਿ ਸਮੁੰਦਰ ਕਿੱਡਾ ਕੁ ਵੱਡਾ ਹੈ। ਉਹਦਾ ਸਮੁੰਦਰ ਦਾ ਅੰਦਾਜ਼ਾ ਲਾਣ ਤਾਂ ਕਿਵੇਂ ਲਾਣ, ਕਿਉਂਕਿ ਹੁਣ ਤਾਂ ਉਹ ਖੁਦ ਸਮੁੰਦਰ ਬਣ ਗਏ ਹਨ, ਹੁਣ ਸਮੁੰਦਰ ਦਾ ਹੀ ਹਿੱਸਾ ਬਣ ਚੁੱਕੇ ਹਨ, ਉਹਦੇ ਤੋਂ ਵੱਖਰੇ ਹੀ ਨਹੀਂ ਹਨ। ਕਿਉਂਕਿ ਜੇ ਅਸੀਂ ਅੰਦਾਜ਼ਾ ਲਗਾਉਣਾ ਹੋਵੇ ਤਾਂ ਪਹਿਲੀ ਅਜ਼ੰਪਸ਼ਨ ਤਾਂ ਇਹ ਹੈ ਨਾ ਕਿ ਜਿਸ ਚੀਜ਼ ਦਾ ਮੈਂ ਅੰਦਾਜ਼ਾ ਲਗਾਉਣਾ ਹੈ ਉਹ ਮੈਂ ਨਹੀਂ ਹਾਂ, ਮੈਂ ਉਸ ਤੋਂ ਵੱਖਰਾ ਹਾਂ। ਤਾਂ ਹੀ ਮੈਂ ਉਹਦੀ ਮੈਜ਼ਰਮੈਂਟ ਲਵਾਂਗਾ, ਤਾਂ ਹੀ ਮੈਂ ਉਹਦੀ ਗਿਣਤੀ ਮਿਣਤੀ ਕਰਾਂਗਾ, ਉਹਦੀ ਹੋਂਦ ਦਾ ਅੰਦਾਜ਼ਾ ਲਗਾਵਾਂਗਾ ਕਿ ਉਹ ਕਿੱਡਾ ਵੱਡਾ ਹੈ, ਉਹ ਕਿੱਡਾ ਛੋਟਾ ਹੈ, ਕਿੰਨਾ ਡੂੰਘਾ ਹੈ, ਉਹਦੇ ਵਿੱਚ ਕਿੰਨੇ ਕੁ ਗੁਣ ਹਨ। ਤਾਂ ਸਤਿਗੁਰੂ ਕਹਿੰਦੇ ਹਨ ਕਿ ਜਦੋਂ ਤੱਕ ਤਾਂ ਅਸੀਂ ਵੱਖਰੇ ਆਪਣੇ ਆਪ ਨੂੰ ਮਹਿਸੂਸ ਕਰਾਂਗੇ ਉਸ ਅਕਾਲ ਤੋਂ, ਉਦੋਂ ਤੱਕ ਤੇ ਅਸੀਂ ਉਹਦੀਆਂ ਗਿਣਤੀਆਂ ਮਿਣਤੀਆਂ ਦੇ ਵਿੱਚ ਕੁਝ ਆਪਾਂ ਸੋਚਦੇ ਹਾਂ ਕਿ ਅਸੀਂ ਕਰ ਸਕਦੇ ਹਾਂ। ਪਰ ਜਦੋਂ ਸਾਡੀ ਹੋਂਦ ਹੀ ਵੱਖਰੀ ਖਤਮ ਹੋ ਗਈ ਤਾਂ ਫਿਰ ਗਿਣਤੀਆਂ ਮਿਣਤੀਆਂ ਕਿਵੇਂ ਹੋ ਸਕਦੀਆਂ? ਕਦੀ ਕੋਈ ਆਪਣੇ ਗੁਣਾਂ ਦਾ ਆਪ ਅੰਦਾਜ਼ਾ ਲਗਾ ਸਕਦਾ ਹੈ? ਨਹੀਂ। ਜਦੋਂ ਅਸੀਂ ਅਕਾਲ ਪੁਰਖ ਦਾ ਹੀ ਹਿੱਸਾ ਬਣ ਗਏ, ਜਿਵੇਂ ਨਦੀਆਂ ਸਮੁੰਦਰ ਦਾ ਹਿੱਸਾ ਬਣ ਗਈਆਂ, ਤਾਂ ਫਿਰ ਉਹਦੀ ਹੋਂਦ ਦੇ ਬਾਰੇ ਏਤੀ ਸੁਰਤ ਨਾ ਪਾਈਆ, ਕਿੱਡਾ ਕੁ ਵੱਡਾ ਹੈ, ਕਿੰਨਾ ਕੁ ਡੂੰਘਾ ਹੈ, ਕਿੰਨਾ ਕੁ ਵਿਸ਼ਾਲ ਹੈ, ਕਿੰਨੇ ਕੁ ਗੁਣਾਂ ਦਾ ਖਜ਼ਾਨਾ ਹੈ, ਅਸੀਂ ਫਿਰ ਇਹ ਅੰਦਾਜ਼ਾ ਤੇ ਲਗਾ ਹੀ ਨਹੀਂ ਸਕਦੇ। ਕਿਉਂਕਿ ਸਤਿਗੁਰੂ ਕਹਿੰਦੇ ਹਨ ਕਿ ਜੇ ਉਹਦੇ ਗੁਣਾਂ ਦੇ ਵਿੱਚ ਲੀਨ ਹੋ ਜਾਂਦੇ ਹਨ, ਉਹਦੇ ਗੁਣ ਗਾਣ ਲੱਗ ਜਾਂਦੇ ਹਨ, ਉਹਦੇ ਗੁਣ ਗਾ ਗਾ ਕੇ ਉਹਦੇ ਵਰਗੇ ਉਹਦੇ ਗੁਣਾਂ ਨੂੰ ਧਾਰਨ ਕਰਨਾ ਸ਼ੁਰੂ ਕਰ ਦਿੰਦੇ ਹਨ, ਤਾਂ ਉਹ ਉਹਦੇ ਵਿੱਚ ਹੀ ਲੀਨ ਹੋ ਜਾਂਦੇ ਹਨ। ਤੇ ਫਿਰ ਉਹਦੇ ਵਿੱਚ ਲੀਨ ਹੋ ਕੇ ਉਹ ਉਹਦੇ ਅੰਦਾਜ਼ੇ ਨਹੀਂ ਲਗਾ ਸਕਦੇ, ਜਿਵੇਂ ਕਿ ਨਦੀਆਂ ਤੇ ਨਾਲਿਆਂ ਦਾ ਪਾਣੀ ਇਹ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਸਮੁੰਦਰ ਕਿੱਡਾ ਕੁ ਵੱਡਾ। ਤੋ ਸਤਿਗੁਰੂ ਕਹਿੰਦੇ ਹਨ ਕਿ ਉਸ ਦੇ ਗੁਣ ਗਾਣੇ ਹਨ ਅਸੀਂ, ਤਾਂ ਕਿ ਅਸੀਂ ਉਸ ਅਕਾਲ ਪੁਰਖ ਦੇ ਗੁਣਾਂ ਨੂੰ ਧਾਰਨ ਕਰਕੇ ਉਹਦੇ ਵਰਗੇ ਹੋ ਕੇ ਉਹਦੇ ਨਾਲ ਮਿਲ ਜਾਈਏ। ਅੱਗੇ ਸਤਿਗੁਰੂ ਕਹਿੰਦੇ ਹਨ, ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲਕ। ਸਮੁੰਦ ਸ਼ਾਹ ਸੁਲਤਾਨ ਭਾਵ ਸਮੁੰਦਰਾਂ ਦੇ ਬਾਦਸ਼ਾਹ ਤੇ ਸਮੁੰਦਰਾਂ ਦੇ ਸੁਲਤਾਨ। ਗਿਰਹਾ ਸੇਤੀ ਭਾਵ ਪਹਾੜਾਂ ਜਿਹੜੇ, ਮਾਲ ਧਨ ਉਹਨਾਂ ਦੇ ਖਜ਼ਾਨੇ। ਸਤਿਗੁਰੂ ਕਹਿੰਦੇ ਹਨ ਕਿ ਸਮੁੰਦਰਾਂ ਦੇ ਸ਼ਾਹ ਤੇ ਸੁਲਤਾਨ, ਸਮੁੰਦਰਾਂ ਦੇ ਬਾਦਸ਼ਾਹ ਤੇ ਸੁਲਤਾਨ ਭਾਵ ਦੋਜ਼ ਹੂ ਰੂਲ ਦਾ ਸੀ ਜਿਹੜੇ ਹਨ, ਔਰ ਉਹਨਾਂ ਦੇ ਕੋਲ ਪਹਾੜਾਂ ਜਿਹੜੇ ਖਜ਼ਾਨੇ ਨੇ। ਪਹਾੜਾਂ ਜਿਹੜੇ ਕਹਿਣ ਦਾ ਕੀ ਅਰਥ ਹੈ ਕਿ ਜਿਨ੍ਹਾਂ ਦਾ ਅੰਤ ਨਾ ਪਾਇਆ ਜਾ ਸਕੇ। ਕਿਉਂਕਿ ਖਜ਼ਾਨੇ ਦੀ ਤਾਂ ਵੱਧ ਤੋਂ ਵੱਧ ਕੋਈ ਢੇਰੀ ਸੋਨੇ ਦੀ, ਹੀਰਿਆਂ ਦੀ ਕੋਈ ਛੋਟੀ ਜਿਹੀ ਢੇਰੀ ਲਗਾਈ ਜਾ ਸਕਦੀ ਹੈ, ਤੇ ਪਹਾੜ ਦੇ ਸਾਈਜ਼ ਦਾ ਤੇ ਅੰਦਾਜ਼ਾ ਹੀ ਲਾਣਾ ਮੁਸ਼ਕਿਲ ਹੈ। ਪਹਾੜ ਜਿਹੜਾ ਜਦੋਂ ਅਸੀਂ ਕਹਿੰਦੇ ਹਾਂ ਖਜ਼ਾਨਾ ਹੈ, ਤਾਂ ਉਸ ਦਾ ਅਰਥ ਇਹ ਇੱਕ ਮੁਹਾਵਰੇ ਦੀ ਤਰ੍ਹਾਂ ਹੈ। ਇਹਦਾ ਅਰਥ ਇਹ ਨਹੀਂ ਕਿ ਪਹਾੜ ਦੇ ਨਾਲ ਅਸੀਂ ਮਿਲਾ ਕੇ ਦੇਖਣਾ, ਭਾਵ ਇਸ ਦਾ ਇਹ ਹੈ ਕਿ ਉਹਨਾਂ ਦੇ ਕੋਲ ਅਣਗਿਣਤ ਖਜ਼ਾਨੇ ਹੋਣ। ਦੇਸ਼ਾਂ ਦੀਆਂ ਤਾਂ ਹੱਦਾਂ ਹੁੰਦੀਆਂ ਹਨ, ਕੋਈ ਹੱਦਬੰਦੀ ਹੁੰਦੀ ਹੈ, ਸਮੁੰਦਰਾਂ ਦੇ ਹਿੱਸੇ ਨਹੀਂ ਹੁੰਦੇ। ਤੇ ਸਮੁੰਦ ਸ਼ਾਹ ਸੁਲਤਾਨ ਭਾਵ ਸਮੁੰਦਰਾਂ ਦੇ ਬਾਦਸ਼ਾਹ ਜਾਂ ਸਮੁੰਦਰਾਂ ਦੇ ਸੁਲਤਾਨ, ਸਮੁੰਦਰਾਂ ਦੇ ਜਿਹੜੇ ਰੂਲਰ ਨੇ, ਕਹਿਣ ਤੋਂ ਭਾਵ ਕਿ ਉਹਨਾਂ ਦਾ ਜਿਹੜਾ ਹੁਕਮ ਹੈ ਉਹ ਅਣਗਿਣਤ, ਬਹੁਤ ਹੀ ਵਿਸ਼ਾਲ, ਜਿਹਦਾ ਕੋਈ ਹੱਦ ਬੰਨਾ ਨਹੀਂ, ਇੰਨੀ ਦੂਰ ਦੂਰ ਤੱਕ ਚੱਲਦਾ। ਤੇ ਖਜ਼ਾਨਾ ਵੀ ਉਹਨਾਂ ਦੇ ਕੋਲ ਇਉਂ ਸਮਝ ਲਓ ਕਿ ਜਿੱਦਾਂ ਪਹਾੜ ਹੈ, ਭਾਵ ਉਹਨਾਂ ਦੇ ਖਜ਼ਾਨਿਆਂ ਦਾ ਵੀ ਅੰਦਾਜ਼ਾ ਲਗਾਉਣਾ ਔਖਾ ਹੋਵੇ, ਅਣਗਿਣਤ ਖਜ਼ਾਨੇ ਹੋਣ। ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲਕ। ਹੁਣ ਇਸ ਤੋਂ ਵੱਡਾ ਕੋਈ ਇਨਸਾਨ ਕੀ ਬਣੇਗਾ ਦੁਨਿਆਵੀ ਤੌਰ ਤੇ ਜੇ ਦੇਖਿਆ ਜਾਵੇ? ਆਮ ਤਾਂ ਕੋਈ ਪਿੰਡ ਦਾ ਪ੍ਰਧਾਨ ਬਣ ਜਾਵੇ, ਜਾਂ ਕਿਸੇ ਸ਼ਹਿਰ ਦਾ ਰੂਲਰ ਬਣ ਜਾਵੇ, ਕੋਈ ਮਿਊਨਿਸਪਲ ਸਟੇਟ ਦਾ ਬਣ ਜਾਵੇ, ਜਾਂ ਦੇਸ਼ ਦਾ
ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਬਣ ਜਾਵੇ ਤੇ ਉਹਨੂੰ ਲੱਗਦਾ ਹੈ ਕਿ ਮੈਂ ਤਾਂ ਪਤਾ ਨਹੀਂ ਖੁਦਾ ਹੋ ਗਿਆ। ਤੇ ਸਤਿਗੁਰਾਂ ਨੇ ਇੱਥੇ ਸਾਨੂੰ ਐਗਜ਼ਾਮਪਲ ਉਹ ਦਿੱਤੀ ਹੈ ਕਿ ਜਿਸ ਦਾ ਕੋਈ ਹੱਦ ਬੰਨ੍ਹਣਾ ਨਹੀਂ, ਨਾ ਜਿੱਥੇ ਤੱਕ ਉਸ ਦਾ ਹੁਕਮ ਚੱਲਦਾ ਹੈ, ਕਿਉਂਕਿ ਸਮੁੰਦਰ ਦਾ ਤਾਂ ਹੱਦ ਬੰਨ੍ਹਣਾ ਹੀ ਕੋਈ ਨਹੀਂ। ਤੇ ਪਹਾੜ ਜਿਹੜਾ ਖਜ਼ਾਨਾ, ਇਹਦਾ ਅਰਥ ਇਹ ਹੈ ਕਿ ਖਜ਼ਾਨੇ ਦੀ ਵੀ ਕੋਈ ਲਿਮਿਟ ਕੋਈ ਨਹੀਂ, ਨਾ ਉਹਦੀ ਜਿਹੜੀ ਟੈਰੀਟਰੀ ਹੈ ਉਹਦੀ ਕੋਈ ਲਿਮਿਟ ਹੈ, ਨਾ ਉਹਦੀ ਮਲਕੀਅਤ ਦੀ ਕੋਈ ਲਿਮਿਟ ਹੈ। ਤੇ ਸਤਿਗੁਰੂ ਕਹਿੰਦੇ ਹਨ ਜੇ ਇਹੋ ਜਿਹੇ ਵੀ ਆਪਾਂ ਸੋਚ ਲਈਏ, ਜੇ ਕੋਈ ਬਾਦਸ਼ਾਹ ਹੋਣ, ਸੁਲਤਾਨ ਹੋਣ, ਤੇ ਸਤਿਗੁਰੂ ਕਹਿੰਦੇ ਹਨ ਕਿ ਉਹਨਾਂ ਦੀ ਹਸਤੀ ਕੀ ਹੈ। ਸਤਿਗੁਰੂ ਕਹਿੰਦੇ ਹਨ ਕੀੜੀ ਤੁਲ ਨਾ ਹੋਣੀ ਜੇ ਤਿਸ ਮਨੋ ਨਾ ਵਿਸਰੇ। ਸਤਿਗੁਰੂ ਕਹਿੰਦੇ ਹਨ ਕਿ ਜੇ ਕੋਈ ਕੀੜੀ ਵੀ ਐਸੀ ਹੋਵੇ, ਜੇ ਤਿਸ ਮਨੋ ਭਾਵ ਉਸ ਕੀੜੀ ਦੇ ਮਨ ਦੇ ਵਿੱਚੋਂ ਨਾ ਵਿਸਰੇ, ਜੇ ਤੂੰ ਨਾ ਵਿਸਰੇ, ਭਾਵ ਜੇ ਕੋਈ ਕੀੜੀ ਵੀ ਇਹੋ ਜਿਹੀ ਹੋਵੇ ਜਿਹਦੇ ਮਨ ਦੇ ਵਿੱਚ ਤੂੰ ਹੈ, ਤੂੰ ਵਸਦਾ ਹੈ, ਤੂੰ ਉਹਨੂੰ ਵਿਸਰਦਾ ਨਹੀਂ। ਇਨਸਾਨ ਦੀ ਗੱਲ ਨਹੀਂ, ਇੱਕ ਕੀੜੀ ਦੀ ਗੱਲ ਵੀ ਸਤਿਗੁਰੂ ਕਹਿ ਰਹੇ ਹਨ ਕਿ ਇੱਕ ਕੀੜੀ ਵੀ ਜੇ ਅਜਿਹੀ ਹੋਵੇ ਜਿਸ ਦੇ ਮਨ ਵਿੱਚੋਂ ਤੂੰ ਨਾ ਵਿਸਰੇ, ਤਾਂ ਫਿਰ ਸਤਿਗੁਰੂ ਕਹਿੰਦੇ ਹਨ ਕਿ ਅਜਿਹੇ ਜਿਹੜੇ ਸ਼ਾਹ ਹਨ, ਸੁਲਤਾਨ ਹਨ, ਜਿਨ੍ਹਾਂ ਦੀ ਅਣਗਿਣਤ ਟੈਰੀਟਰੀ ਹੈ, ਜਿਨ੍ਹਾਂ ਦੇ ਕੋਲ ਅਣਗਿਣਤ ਖਜ਼ਾਨੇ ਹਨ, ਉਹਨਾਂ ਦੀ ਹਸਤੀ ਇੱਕ ਅਜਿਹੀ ਕੀੜੀ ਤੁਲ ਨਾ ਹੋਣੀ, ਭਾਵ ਉਸ ਕੀੜੀ ਦੇ ਬਰਾਬਰ ਵੀ ਨਹੀਂ ਬਣ ਸਕਦੇ ਜਿਸ ਦੇ ਮਨ ਦੇ ਵਿੱਚੋਂ ਸਤਿਗੁਰੂ ਕਹਿੰਦੇ ਹਨ ਕਿ ਤੂੰ ਨਾ ਵਿਸਰ। ਤੋ ਕਹਿਣ ਤੋਂ ਭਾਵ ਇਹ ਹੈ ਕਿ ਸਤਿਗੁਰੂ ਸਾਨੂੰ ਇੱਕ ਹੋਰ ਤਰੀਕੇ ਦੇ ਨਾਲ ਦ੍ਰਿੜ ਕਰਾ ਰਹੇ ਹਨ ਕਿ ਜਦੋਂ ਅਸੀਂ ਉਸ ਅਕਾਲ ਪੁਰਖ ਦੇ ਨਾਮ ਦੇ ਨਾਲ, ਉਹਦੀ ਸਿਫਤ ਸਲਾਹ ਦੇ ਨਾਲ ਜੁੜਦੇ ਹਾਂ, ਤਾਂ ਅਸੀਂ ਉਸ ਦੇ ਜੋ ਗਿਣਤੀਆਂ ਮਿਣਤੀਆਂ ਹਨ ਉਹਨਾਂ ਵਿੱਚ ਨਹੀਂ ਫਸਦੇ। ਉਹ ਕਿੰਨਾ ਕੁ ਵੱਡਾ ਹੈ ਇਹ ਅਸੀਂ ਫਿਰ ਵੀ ਅੰਦਾਜ਼ਾ ਨਹੀਂ ਲਗਾ ਸਕਦੇ, ਭਾਵੇਂ ਅਸੀਂ ਉਹਦੇ ਗੁਣ ਗਾ ਗਾ ਕੇ ਆਪਣੇ ਆਪ ਨੂੰ ਕਿੰਨਾ ਵੀ ਡਿਵੈਲਪ ਕਿਉਂ ਨਾ ਕਰ ਲਈਏ, ਸਾਡਾ ਆਤਮਿਕ ਸਫ਼ਰ ਕਿਤੇ ਵੀ ਪਹੁੰਚ ਜਾਈਏ, ਤਾਂ ਅਸੀਂ ਉਹਦਾ ਅੰਦਾਜ਼ਾ ਨਹੀਂ ਲਾ ਸਕਦੇ। ਕਿਉਂਕਿ ਜੇ ਅਸੀਂ ਉਹਦੇ ਗੁਣ ਗਾਉਂਦੇ ਹਾਂ, ਉਸ ਅਕਾਲ ਪੁਰਖ ਦੇ ਵਿੱਚ ਸਮਾ ਜਾਂਦੇ ਹਾਂ, ਜਿਵੇਂ ਉਸੇ ਤਰ੍ਹਾਂ ਹੀ ਜਿਵੇਂ ਕਿ ਨਦੀਆਂ, ਨਾਲੇ ਆਦਿ ਜਾਂ ਦਰਿਆ ਉਸ ਸਮੁੰਦਰ ਵਿੱਚ ਪੈ ਜਾਂਦੇ ਹਨ, ਤੇ ਫਿਰ ਉਸ ਤੋਂ ਬਾਅਦ ਉਹਨਾਂ ਦਾ ਕੋਈ ਫਰਕ ਨਹੀਂ ਰਹਿ ਜਾਂਦਾ ਕਿ ਇਹ ਜਿਹੜਾ ਪਾਣੀ ਹੈ ਇਹ ਕਿਹੜੀ ਨਦੀ ਦਾ, ਕਿਹੜੇ ਦਰਿਆ ਦਾ ਪਾਣੀ ਹੈ, ਬਲਕਿ ਉਹ ਸਮੁੰਦਰ ਦਾ ਹੀ ਪਾਣੀ ਹੋ ਜਾਂਦਾ ਹੈ। ਇਸੇ ਤਰ੍ਹਾਂ ਜੇ ਅਸੀਂ ਉਸ ਅਕਾਲ ਪੁਰਖ ਦੇ ਗੁਣ ਗਾਉਂਦੇ ਹਾਂ, ਤਾਂ ਅਸੀਂ ਅਕਾਲ ਪੁਰਖ ਦਾ ਅੰਦਾਜ਼ਾ ਲਗਾਉਣ ਜੋਗੇ ਹੀ ਨਹੀਂ ਰਹਿੰਦੇ, ਕਿਉਂਕਿ ਅਸੀਂ ਤਾਂ ਉਹਦੇ ਵਿੱਚ ਸਮਾ ਜਾਂਦੇ ਹਾਂ। ਤੇ ਦੂਜੇ ਪਾਸੇ ਸਤਿਗੁਰੂ ਕਹਿ ਰਹੇ ਹਨ ਕਿ ਅਕਾਲ ਪੁਰਖ ਜਿਹੜਾ ਹੈ ਉਹਦਾ ਨਾਮ ਜਪਣ ਵਾਲੀ ਅਗਰ ਕੋਈ ਕੀੜੀ ਵੀ ਹੋਵੇ ਜਿਹਦੇ ਮਨ ਦੇ ਵਿੱਚ ਉਹਦਾ ਨਾਮ, ਉਹਦਾ ਪ੍ਰੇਮ, ਉਹਦੇ ਗੁਣ ਵਸੇ ਹੋਣ, ਤਾਂ ਉਹ ਕੀੜੀ ਦੇ ਬਰਾਬਰ ਵੀ ਕੋਈ ਐਸਾ ਸ਼ਾਹ, ਬਾਦਸ਼ਾਹ, ਸੁਲਤਾਨ ਨਹੀਂ ਹੋ ਸਕਦਾ ਜਿਹਦੇ ਕੋਲ ਅਣਗਿਣਤ ਖਜ਼ਾਨੇ ਹੋਣ ਤੇ ਅਣਮਿਣਵੀਂ ਜਿਹੜੀ ਉਹਦੀ ਟੈਰੀਟਰੀ ਹੋਵੇ, ਉਹਦਾ ਰਾਜ ਕਿੰਨੀ ਦੂਰ ਤੱਕ ਫੈਲਿਆ ਹੋਇਆ, ਇਹਦਾ ਵੀ ਅੰਦਾਜ਼ਾ ਲਗਾਉਣਾ ਮੁਸ਼ਕਲ ਹੋਵੇ। ਤਾਂ ਸਤਿਗੁਰੂ ਕਹਿੰਦੇ ਹਨ ਕਿ ਇੰਨਾ ਵੱਡੀਆਂ ਪ੍ਰਾਪਤੀਆਂ ਕਰਨ ਵਾਲਾ ਕੋਈ ਮਨੁੱਖ ਅਗਰ ਦੁਨੀਆ ਦੇ ਵਿੱਚ ਪੈਦਾ ਹੋ ਵੀ ਜਾਵੇ, ਤਾਂ ਉਸ ਦੀ ਹਸਤੀ ਪ੍ਰਭੂ ਨਾਲ ਪ੍ਰੇਮ ਕਰਨ ਵਾਲੀ ਇੱਕ ਨਿੱਕੀ ਜਿਹੀ ਕੀੜੀ ਦੇ ਤੁੱਲ ਵੀ ਨਹੀਂ ਹੋ ਸਕਦੀ। ਤੋ ਇਹ ਸਤਿਗੁਰਾਂ ਨੇ ਸਾਨੂੰ ਇਸ ਪੌੜੀ ਦੇ ਵਿੱਚ ਜੋ ਦੋ ਮੈਸੇजेस ਸਾਨੂੰ ਦੇ ਰਹੇ ਹਨ ਕਿ ਉਹਦੇ ਨਾਲ ਪ੍ਰੇਮ ਕਰਨ ਦਾ ਅਰਥ, ਉਹਦੇ ਵਿੱਚ ਸਮਾਨ ਦਾ, ਉਹਦੇ ਪ੍ਰੇਮ ਧਾਰਨ ਕਰਕੇ, ਉਹਦੇ ਗੁਣ ਗਾ ਕੇ ਉਹਦੇ ਵਿੱਚ ਸਮਾਨ ਦਾ ਮਕਸਦ ਹੈ, ਨਾ ਕਿ ਇਹ ਮਕਸਦ ਕਿ ਅਸੀਂ ਉਸ ਅਕਾਲ ਪੁਰਖ ਦੀਆਂ ਗਿਣਤੀਆਂ ਮਿਣਤੀਆਂ ਦੇ ਵਿੱਚ ਅਕਾਲ ਪੁਰਖ ਦੇ ਅੰਦਾਜ਼ੇ ਲਗਾਈਏ ਕਿ ਉਹ ਕਿੰਨਾ ਵੱਡਾ ਹੈ, ਕਿੰਨਾ ਵਿਸ਼ਾਲ ਹੈ, ਉਹਨੇ ਕੀ ਕੀਤਾ ਹੈ, ਉਹਦੀ ਰਚਨਾ ਕਿੰਨੀ ਵਿਸ਼ਾਲ ਹੈ, ਉਹਦੇ ਕੀ ਕਰਮ ਹਨ, ਕਿਸ ਤਰ੍ਹਾਂ ਕਰ ਰਿਹਾ ਹੈ। ਇਹ ਚੀਜ਼ਾਂ ਅਸੀਂ ਨਹੀਂ ਪ੍ਰਾਪਤ ਕਰ ਸਕਦੇ। ਇੱਕ ਜਗਿਆਸੂ ਦੇ ਵਾਸਤੇ ਤਾਂ ਇੱਕੋ ਹੀ ਗੱਲ ਹੈ ਕਿ ਅਸੀਂ ਉਹਦੇ ਨਾਲ ਜੁੜ ਕੇ ਉਹਦੇ ਗੁਣਾਂ ਨੂੰ ਧਾਰਨ ਕਰੀਏ, ਕਿਉਂਕਿ ਉਹਦੇ ਨਾਲ ਜੁੜ ਕੇ ਹੀ ਅਸੀਂ ਗੁਣਾਂ ਨੂੰ ਧਾਰਨ ਕਰਾਂਗੇ, ਆਪਣੇ ਮਨ ਦੀ ਮੈਲ ਉਤਾਰਾਂਗੇ, ਤੇ ਮਨ ਦੀ ਮੈਲ ਉਤਾਰ ਕੇ ਆਪਣੇ ਅਮਲੀ ਕਰਮਾਂ ਨੂੰ ਸ਼ੁਭ ਕਰਮ ਬਣਾਵਾਂਗੇ,
ਤੇ ਸ਼ੁਭ ਕਰਮਾਂ ਦੇ ਹੁੰਦਿਆਂ ਹੀ ਜਦੋਂ ਤੱਕ ਅਸੀਂ ਸ਼ੁਭ ਕਰਮ ਨਹੀਂ ਕਰਦੇ, ਸਾਡੀ ਭਗਤੀ ਨਹੀਂ ਹੋ ਸਕਦੀ, ਅਸੀਂ ਉਸ ਅਕਾਲ ਪੁਰਖ ਨਾਲ ਪ੍ਰੇਮ ਨਹੀਂ ਕਰ ਸਕਦੇ, ਉਸ ਅਕਾਲ ਪੁਰਖ ਦੇ ਨਾਲ ਜੁੜ ਨਹੀਂ ਸਕਦੇ। ਤੇ ਗੁਣਾਂ ਦਾ ਦਾਤਾ ਉਹ ਅਕਾਲ ਪੁਰਖ ਹੈ। ਤੋ ਅਸੀਂ ਜਦੋਂ ਉਹਦੀ ਉਸਤਤ ਕਰਨੀ ਹੈ ਤਾਂ ਉਹਦਾ ਮਕਸਦ ਸਾਡੇ ਵਾਸਤੇ ਸਿਰਫ ਇੱਕੋ ਹੀ ਹੈ ਕਿ ਜਿਵੇਂ ਨਦੀਆਂ ਅਤੇ ਨਾਲੇ, ਦਰਿਆ ਸਮੁੰਦਰ ਦੇ ਵਿੱਚ ਜਾ ਕੇ ਸਮਾਉਂਦੇ ਹਨ, ਉਸੇ ਤਰ੍ਹਾਂ ਅਸੀਂ ਉਸ ਅਕਾਲ ਪੁਰਖ ਦੀ ਉਸਤਤ ਕਰਦੇ ਕਰਦੇ, ਉਸ ਅਕਾਲ ਪੁਰਖ ਦੇ ਗੁਣ ਧਾਰਨ ਕਰਦੇ ਕਰਦੇ ਅਸੀਂ ਉਹਦੇ ਵਿੱਚ ਸਮਾਉਣਾ ਹੈ, ਉਹਦੇ ਤੱਕ ਪਹੁੰਚਣਾ ਹੈ। ਹੋਰ ਕਿਸੇ ਭੁਲੇਖੇ ਜਿਹੜੇ ਇਹਨਾਂ ਚੀਜ਼ਾਂ ਦੇ ਵਿੱਚ ਕਿ ਅਸੀਂ ਇਹਦੀ ਗਿਣਤੀਆਂ ਮਿਣਤੀਆਂ ਕਰਕੇ ਅਸੀਂ ਉਹਦਾ ਅੰਦਾਜ਼ਾ ਲਾ ਲਈਏ ਕਿ ਇਹ ਧਰਤੀ ਕਦੋਂ ਬਣੀ ਹੈ ਜਾਂ ਇਹ ਕਿੰਨੀ ਕੁ ਵੱਡੀ ਹੈ, ਇਹ 18,000 ਜਿਹੜੇ ਹਨ ਉਹ ਲੋਕ ਹਨ ਜਾਂ 18,000 ਆਕਾਸ਼ ਹਨ ਜਾਂ ਕਿੰਨੀਆਂ ਕੁ ਧਰਤੀਆਂ ਹਨ, ਕਿੰਨੇ ਕੁ ਤਾਰੇ ਹਨ, ਕਿੰਨੀਆਂ ਕੁ ਗੈਲੈਕਸੀਜ਼ ਹਨ। ਤਾਂ ਸਤਿਗੁਰੂ ਸਾਨੂੰ ਇਹਨਾਂ ਚੀਜ਼ਾਂ ਦੇ ਵਿੱਚੋਂ ਛੁਟਕਾਰਾ ਕਰਾਉਣਾ ਸਾਡਾ ਚਾਹੁੰਦੇ ਹਨ, ਕਿਉਂਕਿ ਜਦੋਂ ਮਨੁੱਖ ਗਿਣਤੀਆਂ ਮਿਣਤੀਆਂ ਦੇ ਵਿੱਚ ਪੈ ਜਾਂਦਾ ਹੈ ਤਾਂ ਇਹ ਗਿਣਤੀਆਂ ਇੰਨੀਆਂ ਵੱਡੀਆਂ ਅਕਾਲ ਪੁਰਖ ਦੀ ਰਚਨਾ ਦੀਆਂ ਇੰਨੀਆਂ ਵੱਡੀਆਂ, ਇੰਨੀਆਂ ਡੂੰਘੀਆਂ, ਇੰਨੀਆਂ ਵਿਸ਼ਾਲ ਹਨ ਕਿ ਉਹ ਆਪਣਾ ਪੂਰਾ ਜੀਵਨ ਵੀ ਇਸ ਪਾਸੇ ਲਗਾ ਕੇ ਇਹਨਾਂ ਗਿਣਤੀਆਂ ਦੇ ਅੰਤ ਤੱਕ ਨਹੀਂ ਪਹੁੰਚ ਸਕਦਾ। ਤੋ ਇਹਨਾਂ ਗਿਣਤੀਆਂ ਵਿੱਚ ਨਹੀਂ ਪੈਣ ਦੀ ਲੋੜ ਹੈ ਸਾਨੂੰ ਆਪਣੇ ਆਪ ਨੂੰ ਸੁਧਾਰਨ ਦੀ, ਆਪਣੇ ਆਪ ਨੂੰ ਉੱਚਾ ਚੁੱਕਣ ਦੀ, ਉਸ ਅਕਾਲ ਪੁਰਖ ਦੇ ਪ੍ਰੇਮ ਦੇ ਵਿੱਚ ਰੰਗੇ ਜਾਣ। ਤੋ ਸਾਡੇ ਵਾਸਤੇ ਸਤਿਗੁਰੂ ਨੇ ਜੋ ਇਸ ਪੌੜੀ ਦੇ ਵਿੱਚ ਵੀ ਮੈਸੇਜ ਦਿੱਤਾ ਹੈ ਕਿ ਜੋ ਅਕਾਲ ਪੁਰਖ ਦੇ ਗੁਣ ਅਸੀਂ ਗਾਉਣੇ ਹਨ, ਉਹ ਉਹਦੇ ਵਿੱਚ ਸਮਾਨ ਲਈ ਉਸ ਮਕਸਦ ਦੇ ਨਾਲ ਅਸੀਂ ਗਾਉਣੇ ਹਨ, ਉਹਦੇ ਗੁਣਾਂ ਨੂੰ ਧਾਰਨ ਨਾਲ ਕਰਨ ਵਾਸਤੇ ਗਾਉਣੇ ਹਨ। ਤੇ ਨਾਲ ਹੀ ਦੁਨਿਆਵੀ ਵਸਤਾਂ ਨੂੰ ਜੋ ਇਕੱਠਾ ਕਰਨ ਵਾਲਾ ਕੰਮ ਹੈ, ਉਹਦੇ ਵੱਲ ਸਾਡੀ ਸੁਰਤ ਨਹੀਂ ਲੱਗਣੀ ਚਾਹੀਦੀ, ਕਿਉਂਕਿ ਦੁਨਿਆਵੀ ਜਿਹੜੀਆਂ ਚੀਜ਼ਾਂ ਹਨ, ਦੁਨਿਆਵੀ ਜੋ ਕੁਝ ਵੀ ਅਸੀਂ ਇਕੱਠਾ ਕਰਨਾ ਹੈ, ਵੱਡੇ ਵੱਡੇ ਬਾਦਸ਼ਾਹਾਂ ਵਾਲਾ, ਜਿਨ੍ਹਾਂ ਕੋਲ ਪਹਾੜਾਂ ਜਿੱਡੇ ਖਜ਼ਾਨੇ ਹੋਣ, ਉਹਨਾਂ ਦੀ ਹਸਤੀ ਵੀ ਅਕਾਲ ਪੁਰਖ ਦੀ ਨਜ਼ਰ ਵਿੱਚ ਪੈ ਚੁੱਕੀ ਇੱਕ ਕੀੜੀ ਦੀ ਹਸਤੀ ਨਾਲੋਂ ਵੀ ਛੋਟੀ ਹੈ, ਉਸ ਤੋਂ ਉੱਪਰ ਨਹੀਂ ਹੈ। ਤੋ ਸਤਿਗੁਰੂ ਸ਼ੁਰੂ ਤੋਂ ਲੈ ਕੇ ਹੁਣ ਤੱਕ ਜੋ ਸਾਨੂੰ ਮੈਸੇਜ ਦੇ ਰਹੇ ਹਨ, ਉਹ ਸਾਰੀਆਂ ਉਹਨਾਂ ਚੀਜ਼ਾਂ ਤੋਂ ਇਸ ਪੂਰੀ ਬਾਣੀ ਦੇ ਵਿੱਚ ਸਾਨੂੰ ਅਗਾਹ ਕਰਦੇ ਆ ਰਹੇ ਹਨ ਕਿ ਕਿਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਹੈ। ਤੋ ਇਹਨਾਂ ਪੌੜੀਆਂ ਦੇ ਵਿੱਚ ਵੀ ਸਤਿਗੁਰਾਂ ਨੇ ਇਹ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਬਈ ਇਹ ਜੋ ਅਕਾਲ ਪੁਰਖ ਦੇ ਗੁਣ ਹਨ, ਉਹ ਸਾਡੇ ਆਤਮਿਕ ਤਰੱਕੀ ਵਾਸਤੇ ਸਾਨੂੰ ਉਹਦੇ ਗੁਣ ਗਾ ਕੇ ਉਹਦੇ ਗੁਣਾਂ ਨੂੰ ਧਾਰਨ ਕਰਨ ਦੀ ਲੋੜ ਹੈ। ਇਸ ਤੋਂ ਅਗਲੀ ਪੌੜੀ ਜਿਹੜੀ ਆਪਾਂ ਵਿਚਾਰ ਕੱਲ ਕਰਾਂਗੇ, ਉਹਦੇ ਵਿੱਚ ਵੀ ਸਤਿਗੁਰੂ ਸਾਨੂੰ ਇਹੀ ਸਮਝਾਉਂਦੇ ਹਨ ਕਿ ਸਾਡੇ ਵਾਸਤੇ ਇੱਕੋ ਹੀ ਰਾਹ ਹੈ ਕਿ ਅਸੀਂ ਉਹਦੀਆਂ ਵਡਿਆਈਆਂ ਕਰੀਏ, ਉਹਦੇ ਗੁਣ ਗਾਈਏ, ਉਹਨੂੰ ਵੱਡਾ ਵੱਡਾ ਕਹੀਏ, ਪਰ ਉਹਦਾ ਅੰਤ ਲੱਭਣ ਦੀ ਕੋਸ਼ਿਸ਼ ਨਾ ਕਰੀਏ। ਜੇ ਅਸੀਂ ਉਹਦਾ ਅੰਤ ਲੱਭਣ ਦੇ ਰਸਤੇ ਵਿੱਚ ਪੈ ਜਾਵਾਂਗੇ ਤਾਂ ਇਹ ਇੱਕ ਸਾਡੀ ਵੱਡੀ ਭੁੱਲ ਹੈ, ਕਿਉਂਕਿ ਉਹ ਨਾ ਤਾਂ ਸਾਡੇ ਦਿਮਾਗ ਦਾ ਵਿਸ਼ਾ ਹੈ, ਨਾ ਸਾਡੇ ਮਨ ਦਾ ਵਿਸ਼ਾ ਹੈ, ਨਾ ਹੀ ਸਾਡੀਆਂ ਇੰਦਰੀਆਂ ਦਾ ਵਿਸ਼ਾ ਹੈ। ਅਸੀਂ ਉਸ ਚੀਜ਼ ਦਾ, ਉਸ ਅਕਾਲ ਪੁਰਖ ਦਾ ਕਦੀ ਅੰਤ ਨਹੀਂ ਪਾ ਸਕਦੇ, ਔਰ ਸਾਡਾ ਤਾਂ ਕੰਮ ਇੱਕੋ ਹੀ ਹੈ ਕਿ ਅਸੀਂ ਆਪਣੇ ਜੀਵਨ ਨੂੰ ਸੁਧਾਰਨਾ ਹੈ, ਜੀਵਨ ਨੂੰ ਸ਼ੁਭ ਬਣਾਉਣਾ ਹੈ, ਜਿਹਨੂੰ ਸ਼ੁਭ ਬਣਾ ਕੇ ਅਸੀਂ ਨਾਮ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸ਼ੁਭ ਬਣਾ ਕੇ ਉਹਦੇ ਵਿੱਚ ਗੁਣ ਧਾਰਨ ਕਰਕੇ ਉਸ ਅਕਾਲ ਪੁਰਖ ਦੇ ਨਾਲ ਜੁੜ ਸਕੀਏ ਤੇ ਆਪਣੇ ਜੀਵਨ ਨੂੰ ਸਫਲ ਬਣਾ ਸਕੀਏ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ। ਦੇਖੋ ਅੱਜ ਬਹੁਤ ਬਹੁਤ ਧੰਨਵਾਦ ਜੀ ਵੀਰ ਪ੍ਰਭ ਕੀਰਤਨ ਸਿੰਘ ਜੀ, ਆਪ ਜੀ ਨੇ ਬੜੀ ਮਿਹਨਤ ਦੇ ਨਾਲ ਇਹ ਪੌੜੀ ਦੀ ਵਿਚਾਰ ਤਿਆਰ ਕੀਤੀ ਹੈ। ਜਿੰਨੀ ਮਰਜ਼ੀ ਅਸੀਂ ਵਿਚਾਰਾਂ ਕਰੀ ਜਾਈਏ, ਜਿਵੇਂ ਗੁਰੂ ਸਾਹਿਬ ਜੀ ਤਾਂ ਇੱਥੇ ਸਾਨੂੰ ਆਪ ਹੀ ਸਮਝਾ ਰਹੇ ਨੇ, ਸਾਲਾਂ ਹੀ ਸਾਲਾਂ ਜਿੰਨਾ ਮਰਜ਼ੀ ਸਲਾਹ ਲਈਏ, ਸਲਾਹੁਣ ਜੋਗ ਪ੍ਰਮਾਤਮਾ ਦੀਆਂ ਸਿਫਤਾਂ ਕਰੀ ਚੱਲੀਏ। ਚੰਗੀ ਗੱਲ ਹੈ, ਕਰਨੀਆਂ ਚਾਹੀਦੀਆਂ ਹਨ, ਪਰ ਕਿਸੇ ਵੇਲੇ ਸਾਡੇ ਮਨ 'ਚ ਇਹ ਖਿਆਲ ਨਹੀਂ ਆਉਣਾ ਚਾਹੀਦਾ, ਜਿਹੜੀ ਗੱਲ ਗੁਰੂ ਪਾਤਸ਼ਾਹ ਸਾਨੂੰ ਦੱਸਦੇ ਨੇ, ਇਹ ਖਿਆਲ ਨਹੀਂ ਆਉਣਾ ਚਾਹੀਦਾ ਸਾਡੇ ਮਨ ਦੇ ਵਿੱਚ ਵੀ ਅਸੀਂ ਉਸ ਵਾਹਿਗੁਰੂ ਦੇ ਅੰਤ ਨੂੰ ਪਾ ਲਈਏ ਜਾਂ ਉਹਦੀਆਂ ਸਿਫਤਾਂ ਦਾ ਅੰਤ ਲੱਭ ਲਈਏ। ਇਹ ਵਿਚਾਰ ਜਿਹੜਾ ਹੈ, ਇਹ ਸਾਨੂੰ ਗੁਰੂ ਤੋਂ ਬਹੁਤ ਦੂਰ ਲੈ ਜਾਂਦਾ।
ਅੰਤ ਪਾਉਣ ਵਾਲੇ ਪਾਸੇ ਨਹੀਂ, ਉਹਦੀਆਂ ਸਿਫਤਾਂ ਨੂੰ ਗਾਉਣ ਵਾਲੇ ਪਾਸੇ ਸਾਡਾ ਧਿਆਨ ਲੱਗਣਾ ਚਾਹੀਦਾ। ਇਹ ਵੀ ਸੱਚ ਹੈ ਕਿ ਜਿਹੜੇ ਉਹਦੀਆਂ ਸਿਫਤਾਂ ਕਰਦੇ ਹਨ, ਸਲਾਹੁੰਦੇ ਹਨ, ਵਡਿਆਈ ਕਰਦੇ ਹਨ, ਵਿਚਾਰਦੇ ਹਨ, ਜੋ ਕੋਈ ਉਹਦੇ ਵਿੱਚ ਜੁੜਦਾ ਹੈ, ਉਹ ਕਰਦਿਆਂ ਸਿਫਤਾਂ ਦੇ ਮਾਲਕ ਨਾਲ ਇੱਕ ਰੂਪ ਹੋ ਜਾਂਦਾ ਹੈ। ਰੂਪ ਹੋ ਸਕਦਾ ਹੈ, ਅੰਤ ਨਹੀਂ ਪਾ ਸਕਦਾ। ਸਾਈਂ ਜਿਹਾ ਬਣ ਸਕਦਾ ਹੈ, ਸਾਈਂ ਨਹੀਂ ਹੋ ਸਕਦਾ। ਸਾਈਂ ਜਿਹਾ ਬਣ ਜਾਂਦਾ ਹੈ, ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹਾ, ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਸਾਈਂ ਜਿਹੇ ਤੇ ਸਾਈਂ ਹੋਣ ਵਿੱਚ ਬਹੁਤ ਵੱਡਾ ਫਰਕ ਹੈ। ਸਾਈਂ ਦੇ ਨਾਲ ਭੇਦ ਹੋ ਸਕਦਾ ਹੈ, ਸਾਈਂ ਨਹੀਂ ਬਣ ਸਕਦਾ। ਉਹ ਤਾਂ ਇਸ ਤਰ੍ਹਾਂ ਹੋ ਜਾਂਦਾ, ਕਹੋ ਨਾਨਕ ਹਮ ਤੁਮ ਗੁਰ ਖੋਈ ਹੈ, ਅੰਬੇ ਅੰਬ ਮਿਲੋਗਨੀ। ਵੀ ਸਾਡੇ ਤੇ ਤੇਰੇ ਵਿੱਚੋਂ ਭੇਦ ਮੁੱਕ ਗਿਆ। ਜਿਵੇਂ ਪਾਣੀ ਤੇ ਪਾਣੀ ਦਾ ਭੇਦ, ਪਾਣੀ ਵਿੱਚ ਪੈ ਜਾਏ, ਪਤਾ ਨਹੀਂ ਕਿਹੜਾ ਪਾਣੀ ਕਿੱਥੋਂ ਆਇਆ। ਨਦੀਆਂ ਸਮੁੰਦਰ 'ਚ ਪੈ ਕੇ, ਸਮੁੰਦਰ ਦੇਖੋ, ਨਦੀ ਦਾ ਵਹਿਣ ਸੁਣ ਲਵੇ ਕਿ ਕਦੀ ਸਾਗਰ ਬਹੁਤ ਗਹਿਰਾ ਹੈ, ਬਹੁਤ ਡੂੰਘਾ ਹੈ, ਕੇਵਲ ਗਹਿਰਾ ਹੀ ਨਹੀਂ ਹੈ। ਉਸ ਸਾਗਰ ਦੇ ਵਿੱਚ ਕੀਮਤੀ ਖਜ਼ਾਨੇ ਹਨ, ਰਤਨ ਹਨ, ਜਵਾਹਰ ਹਨ, ਮਾਨਕ ਹਨ। ਉਸ ਸਾਗਰ ਦੇ ਵਿੱਚ ਕੀਮਤੀ ਖਜ਼ਾਨੇ ਭਰੇ ਹੋਏ ਨੇ। ਨਦੀ ਕਿਤੇ ਇਹ ਗੱਲ ਸੁਣ ਲਵੇ ਤੇ ਦੌੜ ਪਵੇ, ਉਸ ਸਾਗਰ ਵੱਲ ਨੂੰ ਚੱਲ ਪਵੇ ਤੇ ਉਸ ਦੀ ਗਹਿਰਾਈ ਤੱਕ ਪਹੁੰਚ ਕੇ ਵੇਖਾਂ ਤਾਂ ਸਹੀ ਮੈਂ ਵੀ ਕਿੰਨੇ ਕੁ ਕੀਮਤੀ ਖਜ਼ਾਨੇ ਨੇ। ਸੋਚ ਇਹ ਹੋਵੇ ਕਿ ਮੈਂ ਕਿਤੇ ਜਾ ਕੇ ਉੱਥੇ ਦੇਖਾਂ ਤਾਂ ਸਹੀ ਵੀ ਕਿੰਨੇ ਕੁ ਖਜ਼ਾਨੇ ਨੇ। ਹੁਣ ਇਹਦੇ ਲਈ ਪਹੁੰਚਣ ਲਈ ਨਦੀ ਦਾ ਰੁੱਖ ਵੀ ਸਾਗਰ ਵਾਲੇ ਪਾਸੇ ਹੋਣਾ ਚਾਹੀਦਾ ਹੈ, ਜ਼ਰੂਰੀ ਚੀਜ਼ ਹੈ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਨਦੀ ਦਾ ਰੁੱਖ ਸਾਗਰ ਵਾਲੇ ਪਾਸੇ ਹੋਣਾ ਚਾਹੀਦਾ, ਤਾਂ ਨਦੀ ਸਾਗਰ 'ਚ ਪਹੁੰਚ ਸਕਦੀ ਹੈ। ਜੇ ਉਹਦਾ ਰੁੱਖ ਸਾਗਰ ਵਾਲੇ ਪਾਸੇ ਨਹੀਂ ਤਾਂ ਉਹਦੇ 'ਚ ਪਹੁੰਚ ਨਹੀਂ ਸਕਦੀ। ਜਿੰਨਾ ਦੇਰ ਤੱਕ ਇਹ ਨਦੀਆਂ ਚੱਲਦੀਆਂ, ਦਰਿਆ ਚੱਲਦੇ, ਰੁੱਖ ਸਾਗਰ ਵਾਲੇ ਪਾਸੇ ਹੈ, ਤੇ ਉਦੋਂ ਤੱਕ ਤੇ ਸਾਗਰ 'ਚ ਪਹੁੰਚਣ ਦਾ ਆਸ ਰੱਖ ਸਕਦੇ ਆ। ਪਰ ਜੇ ਇਹਨਾਂ ਦਾ ਰੁੱਖ ਬਦਲ ਜਾਏ, ਫਿਰ ਕਈ ਕਿਲੋਮੀਟਰ, ਕਈ ਹਜ਼ਾਰ ਮੀਲ ਦਾ ਸਫ਼ਰ ਵੀ ਕਰਦੇ ਰਹਿਣ, ਇੱਕ ਸੰਸਾਰ ਤੋਂ ਦੂਜੇ ਕੋਨੇ ਤੱਕ ਵੀ ਤੁਰਦੇ ਰਹਿਣ, ਜੇ ਰੁੱਖ ਨਹੀਂ ਹੈ ਤਾਂ ਫਿਰ ਸੰਸਾਰ ਉਸ ਸਮੁੰਦਰ ਵਿੱਚ ਜਾ ਨਹੀਂ ਸਕਦੇ, ਮਿਲ ਨਹੀਂ ਸਕਦੇ। ਤੇ ਜਦ ਤੱਕ ਸਮੁੰਦਰ 'ਚ ਮਿਲਦੇ ਨੇ ਤਾਂ ਨਾ ਨਦੀ ਰਹਿਣਾ ਹੈ, ਵਹਿਣ ਰਹਿਣਾ ਹੈ, ਦਰਿਆ ਰਹਿਣਾ ਹੈ। ਪਰ ਜਦੋਂ ਇਹਨਾਂ ਦਾ ਪਾਣੀ ਜਾ ਕੇ ਸਮੁੰਦਰ 'ਚ ਪੈ ਜਾਣਾ ਹੈ, ਉਦੋਂ ਨਾ ਨਦੀ ਪਛਾਣੀ ਜਾਣੀ ਹੈ, ਨਾ ਦਰਿਆ ਪਛਾਣਿਆ ਜਾਣਾ ਹੈ, ਨਾ ਵਹਿਣ ਪਛਾਣੇ ਜਾਣੇ ਨੇ। ਉਦੋਂ ਨਾ ਸਾਗਰ ਬਣ ਜਾਏਗਾ। ਤੇ ਨਦੀ ਦੇ ਮਨ 'ਚ ਖਿਆਲ ਆ ਜਾਏ, ਜੀਵ ਰੂਪੀ ਨਦੀ ਦੇ ਵਿੱਚ, ਵੀ ਅਸੀਂ ਸਾਗਰ ਦੇ ਵੱਲ ਜਾਣਾ ਹੈ, ਉਹ ਤਾਂ ਕੀਮਤੀ ਹੀਰੇ, ਰਤਨ, ਜਵਾਹਰ, ਮਾਨਕ ਦੇ ਨਾਲ ਭਰਿਆ ਹੋਇਆ, ਤੇ ਚਲਦੀ ਚਲਦੀ ਉਹਦਾ ਰੁੱਖ ਉਧਰ ਨੂੰ ਹੋ ਜਾਏ ਤੇ ਘੱਲਣਾ ਸਫਲ ਹੋ ਜਾਏ। ਚਲਦੀ ਚਲਦੀ ਨਦੀ ਦੀ, ਜੀਵ ਰੂਪੀ ਨਦੀ ਦੀ ਗੱਲ ਕਰ ਰਿਹਾ, ਇਹਦੀ ਮਿਹਨਤ ਕਿਤੇ ਸਫਲ ਹੋ ਜਾਏ ਤੇ ਸਾਗਰ ਦੀ ਗਹਿਰਾਈ ਵਿੱਚ ਪੈਰ ਰੱਖੇ ਤਾਂ ਫਿਰ ਨਦੀ ਨਹੀਂ ਰਹਿੰਦੀ, ਸਾਗਰ ਬਣ ਗਈ। ਜਦੋਂ ਸਾਗਰ ਦੀ ਗਹਿਰਾਈ ਵਿੱਚ ਪੈਰ ਰੱਖਦੇ ਹੀ ਨਦੀ ਨਹੀਂ ਰਹਿੰਦੀ, ਸਾਗਰ ਬਣ ਗਈ। ਹੁਣ ਗਿਣਤੀ ਮਿਣਤੀ ਮੁੱਕ ਗਈ। ਦੇਖੋ, ਖਿਆਲ ਹੈ ਵੀ ਹੁਣ ਗਿਣਤੀ ਮਿਣਤੀ ਮੁੱਕ ਗਈ, ਗਿਣਤੀਆਂ ਦੇ ਮੁੱਕ ਗਿਆ, ਸਿਸਟਮ ਖਤਮ ਹੋ ਗਿਆ, ਕਿਉਂਕਿ ਸਾਰਾ ਖਜ਼ਾਨਾ ਹੀ ਉਹਦਾ ਹੋ ਗਿਆ। ਹੁਣ ਜਿਹੜਾ ਖਜ਼ਾਨਾ ਸੁਣ ਕੇ ਆਈ ਸੀ ਨਾ ਵੀ ਸਾਗਰ ਕੋਲ ਬੜਾ ਖਜ਼ਾਨਾ ਹੈ, ਉਹ ਸਾਰਾ ਖਜ਼ਾਨਾ ਉਹਦਾ ਹੀ ਹੋ ਗਿਆ। ਕਿਉਂ ਕਿ ਉਹਦੇ 'ਚ ਜਾ ਕੇ ਸਮਾ ਗਈ, ਉਹ 'ਚ ਲੀਨ ਹੋ ਗਈ, ਉਹਦੇ 'ਚ ਭੇਦ ਖਤਮ ਹੋ ਗਿਆ। ਪਰ ਤਾਂ ਹੀ ਹੋਈ ਕਿਉਂਕਿ ਉਹਦੀ ਦਿਸ਼ਾ ਸਾਗਰ ਵੱਲ ਸੀ। ਉਹਨੇ ਆਪਣੀ ਹਸਤੀ ਨੂੰ ਖਤਮ ਕੀਤਾ। ਹੁਣ ਸਭ ਤੋਂ ਵੱਡੀ ਗੱਲ ਆਪਣੀ ਹਸਤੀ ਨੂੰ ਖਤਮ ਕਰਨਾ ਸੀ। ਜਦ ਤੱਕ ਨਦੀ ਆਪਣੀ ਹਸਤੀ ਨੂੰ ਖਤਮ ਨਹੀਂ ਕੀਤਾ, ਉਦੋਂ ਤੱਕ ਨਦੀ ਸਾਗਰ ਨਹੀਂ ਬਣ ਸਕਦੀ। ਆਪਣੀ ਹਸਤੀ ਹੀ ਇੱਕ ਰੁਕਾਵਟ ਹੈ ਉਸ ਨਿਰੰਕਾਰ ਦੇ ਨਾਲ ਮਿਲਾਪ ਦੇ ਵਿੱਚ। ਸਾਡੀ ਆਪਣੀ ਹਸਤੀ, ਮੈਂ, ਮੇਰੀ, ਤੇਰੀ, ਇਹ ਸਾਡੀ ਕੁੜੀਆਂ ਵੱਡੀਆਂ ਰੁਕਾਵਟਾਂ ਨੇ ਉਸ ਪ੍ਰੀਤਮ ਦੇ ਮਿਲਾਪ ਦੇ ਵਿੱਚ। ਜਦ ਤੱਕ ਆਪਣੀ ਇਸ ਹਸਤੀ ਨੂੰ ਅਸੀਂ ਨਹੀਂ ਮਿਟਾਉਂਦੇ ਵੀ ਮੇਰੀ ਕੋਈ ਹਸਤੀ ਨਹੀਂ ਹੈ, ਮੇਰੀ ਕੋਈ ਪਾਇਆ ਨਹੀਂ ਹੈ, ਮੇਰੀ ਕੋਈ ਔਕਾਤ ਨਹੀਂ ਹੈ, ਵਾਹਿਗੁਰੂ ਸਭ ਤੇਰਾ ਹੈ। ਜਦੋਂ ਤੇਰਾ ਤੱਕ ਪਹੁੰਚਾਂਗੇ,
ਫਿਰ ਉਹ ਸਾਗਰ ਵੱਲ ਸਾਡਾ ਰੁਖ ਹੋ ਜਾਂਦਾ ਹੈ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਪ੍ਰਭੂ ਦੀ ਸਿਫਤ ਸਲਾਹ ਕਰਨ ਵਾਲੇ ਉਹਨੂੰ ਸਲਾਹੁੰਦੇ ਨੇ, ਰੱਬ ਨੂੰ ਵੱਡਾ ਵੱਡਾ ਕਹਿਣ ਵਾਲੇ ਗੁਣ ਕਹਿ ਗੁਣੀ ਸਮਾਵਨਿਆਂ ਅਨੁਸਾਰ ਉਸ 'ਚ ਭੇਦ ਹੋ ਜਾਂਦੇ ਹਨ। ਗੁਣ ਕਹਿ ਗੁਣੀ ਸਮਾਵਨਿਆਂ, ਗੁਣ ਇਸ ਕਰਕੇ ਨਹੀਂ ਕਹਿਣੇ ਕਿ ਗੁਣਾਂ ਦਾ ਅੰਤ ਪਾਉਣਾ ਹੈ, ਜਾਂ ਸਾਗਰ ਦਾ ਅਥਾਹ ਸਾਗਰ ਦਾ ਅੰਤ ਪਾਉਣਾ ਹੈ। ਗੁਣ ਇਸ ਕਰਕੇ ਕਹਿਣੇ ਨੇ ਕਿ ਗੁਣਾਂ ਦੇ ਮਾਰਗ ਵਿੱਚ ਸਮਾ ਜਾਣਾ ਹੈ। ਗੁਣ ਕਹਿ ਗੁਣੀ ਸਮਾਵਨਿਆਂ, ਹੁਣ ਵੱਖਰੇ ਨਹੀਂ ਰਹਿੰਦੇ ਜਦੋਂ ਗੁਣ ਗਾਉਂਦੇ ਗਾਉਂਦੇ ਵਿੱਚ ਸਮਾ ਜਾਂਦੇ ਨੇ। ਸਮੁੰਦਰ ਦੀ ਛੂਹ ਮਿਲੀ ਸਮੁੰਦਰ ਦੀ, ਜਿਸ ਦਿਨ ਕਦਮ ਸਮੁੰਦਰ ਵਿੱਚ ਰੱਖਿਆ ਪਿਆਰੇ ਉਹ ਸਾਗਰ ਬਣ ਗਿਆ। ਬਸ ਛੂਹ ਹੀ ਮਿਲਣੀ ਹੈ। ਸਮੁੰਦਰ ਦੀ ਛੂਹ ਮਿਲਦਿਆਂ ਸਾਰ ਨਾਂ ਵੀ ਬਦਲ ਗਿਆ, ਸਭ ਕੁਝ ਬਦਲ ਗਿਆ। ਹੁਣ ਤਾਂ ਨਿਰੰਕਾਰ 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 ਹੀ ਹਰ ਪਾਸੇ ਹੋ ਗਈ। ਜੇ ਭਗਤ ਜਨ ਬਣਨਾ ਹੈ ਤਾਂ ਫਿਰ ਇਹ ਗੱਲ ਸਮਝ ਰੱਖਣੀ ਚਾਹੀਦੀ ਕਿ ਅੰਤ ਨਹੀਂ, ਉਹਦੇ ਵਿੱਚ ਸਮਾਉਣਾ ਹੈ, ਉਹਦੇ ਵਿੱਚ ਸਮਾਉਣਾ ਪਵੇਗਾ। ਠਾਕੁਰ ਸੇਵਕ ਰਲ ਇੱਕੋ ਹੋਏ ਦੀ ਅਵਸਥਾ ਤੇ ਪਹੁੰਚਣਾ ਪਵੇਗਾ। ਠਾਕੁਰ ਸੇਵਕ ਰਲ ਇੱਕੋ ਹੋਏ, ਫਿਰ ਉਹ ਸਮੁੰਦਰ ਦੇ ਖਜ਼ਾਨਿਆਂ ਤੱਕ ਸੀਮਿਤ ਨਹੀਂ ਰਹਿੰਦੇ। ਜਦੋਂ ਉਹਦੇ ਸਮਾ ਜਾਂਦੇ ਨੇ ਫਿਰ ਤਾਂ ਦੁਨੀਆ ਦੇ ਖਜ਼ਾਨਿਆਂ ਨੂੰ ਕੀੜੀਆਂ ਵਾਂਗੂ ਹੀ ਸਮਝਦੇ ਨੇ। ਉਹਨਾਂ ਦਾ ਤਾਂ ਖਿਆਲ ਇਹ ਹੁੰਦਾ ਤੂੰ ਠਾਕੁਰੋ ਬੇਰਾਗਰੋ ਮੈਂ ਜਿਹੀ ਘਣਚੇਰੀ ਰਾਮ, ਤੂੰ ਸਾਗਰੋ ਰਤਨਾਗਰੋ ਹੂੰ ਸਾਰ ਨਾ ਜਾਣਾ ਤੇਰੀ ਰਾਮ। ਸਾਰ ਨਾ ਜਾਣਾ ਤੂੰ ਵੜ ਦਾਣਾ ਕਰ ਮਿਹਰ ਮਤ ਸਾਈ। ਫਿਰ ਤਰਲਾ ਹੈ ਉਹਦੇ ਅੱਗੇ। ਫਿਰ ਇਸ ਤਰਲੇ ਦੇ ਵਿੱਚੋਂ ਨਿਕਲਦੀ ਹੈ ਹੂਕ। ਜਦੋਂ ਹੂਕ ਨਿਕਲਦੀ ਹੈ ਉਹ ਫਿਰ ਪ੍ਰੀਤਮ ਦੇ ਦਰ ਤੇ ਪ੍ਰਵਾਨ ਹੁੰਦੀ ਹੈ। ਪਰ ਸਾਗਰ ਮਿਲਦਾ ਕਿਹਨੂੰ ਹੈ? ਜਿਹਦੇ ਮਨ ਵਿੱਚੋਂ ਉਹਦੀ ਯਾਦ ਨਾ ਵਿਸਰੇ, ਤਿਲ ਜਿੰਨਾ ਸਮਾਂ ਵੀ ਉਹ ਤੋਂ ਦੂਰ ਨਾ ਹੋਵੇ, ਹਰ ਪਲ ਉਹਦੀ ਯਾਦ ਵਿੱਚ ਜੁੜਿਆ ਰਵੇ। ਪ੍ਰੀਤਮ ਦੀ ਹਰ ਸਮੇਂ ਸ਼ੁਕਰਾਨੇ ਵਿੱਚ, ਪ੍ਰੀਤਮ ਦੇ ਸ਼ੁਕਰਾਨੇ ਵਿੱਚ ਜ਼ਿੰਦਗੀ ਬੀਤ ਜਾਏ। ਜਦੋਂ ਇਹ ਹੋ ਜਾਏਗਾ ਫਿਰ ਉਹਨੂੰ ਸਮਝ ਆ ਜਾਏਗੀ ਵੀ ਉਹ ਤਾਂ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਤੇ ਜਦੋਂ ਸੱਚਮੁੱਚ ਸਮੁੰਦਰ ਵਿੱਚ ਜਾ ਕੇ ਲੀਨ ਹੋ ਗਿਆ ਫਿਰ ਇਹ ਵੀ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਗਿਆ, ਕਿਉਂਕਿ ਪ੍ਰਭੂ ਦੇ ਗੁਣਾਂ ਦੇ ਖਜ਼ਾਨੇ ਦਾ ਮਾਲਕ ਹਿੱਸੇਦਾਰ ਬਣ ਗਿਆ। ਉਹਦੇ ਗੁਣਾਂ ਦੇ ਹਿੱਸੇਦਾਰ ਬਣ ਗਿਆ, ਮਾਲਕ ਨਹੀਂ ਹਿੱਸੇਦਾਰ ਬਣ ਗਿਆ। ਮਾਲਕ ਤੋਂ ਹੀ ਹੈ, ਉਹਦਾ ਇੱਕ ਹਿੱਸਾ ਇਹਨੂੰ ਮਿਲ ਗਿਆ। ਜਦੋਂ ਹਿੱਸੇਦਾਰ ਤਾਂ ਬਣਨਾ ਆਪਾਂ, ਸਾਰੀ ਕਹਾਣੀ ਹਿੱਸੇਦਾਰ ਬਣਨ ਦੀ ਹੈ। ਉਸ ਮਾਲਕ ਦੀ ਖੇਡ ਹੀ ਹੈ ਵੀ ਹਿੱਸੇਦਾਰ ਕਿਵੇਂ ਬਣਨਾ। ਤੋ ਜਦ ਤੱਕ ਅਸੀਂ ਆਪਣੀ ਹੋਂਦ ਨਹੀਂ ਗਵਾਉਂਦੇ ਉਦੋਂ ਤੱਕ ਮਿਲਾਪ ਨਹੀਂ ਹੈ। ਤੇ ਜਦੋਂ ਨਦੀਆਂ ਨਾਲੇ ਸਮੁੰਦਰ ਚ ਪੈ ਕੇ ਆਪਣੀ ਹੋਂਦ ਗਵਾ ਲੈਂਦੇ ਨੇ ਫਿਰ ਗੁਰੂ ਪਿਆਰੇ ਜਿਹੜੇ ਰੱਬੀ ਪ੍ਰੇਮ ਵਿੱਚ ਰੰਗੇ ਹੋਏ ਨੇ ਉਹਦੀਆਂ ਸਿਫਤਾਂ ਕਰਦੇ ਕਰਦੇ ਨਿਰੰਕਾਰੀ ਜੋਤ ਵਿੱਚ ਅਭੇਦ ਹੋ ਜਾਂਦੇ ਨੇ। ਤੇ ਫਿਰ ਉਹ ਕਹਿੰਦੇ ਨੇ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਤੋ ਜਦ ਤੱਕ ਬ੍ਰਿਤੀ ਸਾਡੀ ਸੋਚ ਅੰਦਰਮੁਖੀ ਨਹੀਂ ਹੁੰਦੀ, ਬ੍ਰਹਮ ਵਾਲੇ ਪਾਸੇ ਵੱਲ ਨਹੀਂ ਝੁਕਦੀ, ਉਸ ਕਰਤਾਰ ਦੇ ਪਾਸੇ ਵੱਲ ਨੂੰ ਵਿਚਾਰ ਨਹੀਂ ਕਰਦੀ, ਉਸ ਸਾਈਂ ਦੀ ਸਿਫਤਾਂ ਨਹੀਂ ਕਰਦੀ, ਉਦੋਂ ਤੱਕ ਦੂਰੀ ਬਣੀ ਰਹਿੰਦੀ ਹੈ। ਇਸ ਵਾਸਤੇ ਸਾਈਂ ਦੀਆਂ ਸਿਫਤਾਂ ਕਰਨੀਆਂ ਜ਼ਰੂਰੀ ਨੇ, ਮਾਲਕ ਦੀਆਂ ਵਡਿਆਈਆਂ ਕਰਨੀਆਂ ਜ਼ਰੂਰੀ ਨੇ। ਜਿਵੇਂ ਨਦੀਆਂ ਨਾਲੇ ਸਮੁੰਦਰ ਦਾ ਅੰਤ ਨਹੀਂ ਪਾ ਸਕਦੇ, ਸਮਾ ਸਕਦੇ ਹਨ, ਤਿਵੇਂ ਹੀ ਇਨਸਾਨ ਸਮੁੰਦਰ ਦੀ ਗਹਿਰਾਈ ਨੂੰ ਜਾਣ ਨਹੀਂ ਸਕਦਾ, ਉਸ ਮਾਲਕ ਦੀ ਗਹਿਰਾਈ ਨੂੰ ਪਹਿਚਾਨ ਨਹੀਂ ਸਕਦਾ, ਉਹਦੇ ਵਿੱਚ ਸਮਾ ਸਕਦਾ ਹੈ। ਤੇ ਸਮਾਇਆ ਹੋਇਆ ਕਦੀ ਉਹਦੇ ਬਾਰੇ ਦੱਸ ਨਹੀਂ ਸਕਦਾ। ਬਸ ਸਾਗਰ ਸਾਗਰ ਹੀ ਕਹੇਗਾ, ਵਿਸ਼ਾਲ ਵਿਸ਼ਾਲ ਹੀ ਕਹੇਗਾ। ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਫਿਰ ਮੇਰ ਤੇਰ ਮਿਟਦੀ ਹੈ। ਜਦ ਤੱਕ ਮੇਰ ਤੇਰ ਹੈ ਉਦੋਂ ਤੱਕ ਮਿਲਾਪ ਨਹੀਂ ਹੈ। ਮੇਰੀ ਤੇਰੀ ਦੇ ਵਿੱਚ ਮਿਲਾਪ ਨਹੀਂ ਹੈ। ਇਹ ਤਾਂ ਮਿਲਾਪ ਉਦੋਂ ਹੈ जब हम होते तब तुम नहीं, अब तुम हो हम नहीं।
ਗੌੜੀ ਰਾਗ ਵਿੱਚ ਪਾਤਸ਼ਾਹ ਦਾ ਇੱਕ ਬਚਨ ਆਉਂਦਾ ਹੈ, जब हम होते तब तुम नाही, अब तुम हो हम नाही, अब हम तुम एक पे हैं, एके देखत मन पत्याही। ਹੁਣ ਤੇ ਮੈਂ ਤੂੰ ਇੱਕੋ ਜਿਹਾ ਤਾਂ ਹੋ ਗਿਆ। ਭਗਤ ਰਵਿਦਾਸ ਜੀ ਵੀ ਇਹ ਗੱਲ ਕਹਿੰਦੇ, जब हम होते तब तू नाही, अब तू ही मैं नाही। फिर तो तू करता तू हुआ, मुझ में रहा रहूं, जब आपा पर का मिट गया, जत देखा तत तू। फिर तो तू ही ਦੀ ਗੱਲ ਹੁੰਦੀ ਹੈ। ਪਰ ਗੁਰੂ ਦੀ ਕਿਰਪਾ ਨਾਲ ਮੇਰ ਤੇ ਮਿਟਦੀ ਹੈ, ਪ੍ਰਭੂ ਚਰਨਾਂ ਵਿੱਚ ਲੀਨ ਹੋ ਜਾਈਦਾ ਹੈ, ਜਿਵੇਂ ਪਾਣੀ ਪਾਣੀ ਵਿੱਚ ਲੀਨ ਹੋ ਜਾਂਦਾ ਹੈ। ਫਿਰ ਕਪਾਟ ਖੁੱਲਦੇ ਨੇ, ਫਿਰ ਸਮਝ ਆਉਂਦੀ ਹੈ ਇਹ ਸਰੀਰ, ਇਹ ਜਿੰਦ, ਇਹ ਧਨ, ਇਹ ਸਭ ਕੁਝ ਮੇਰੇ ਪ੍ਰਭੂ ਦਾ ਦਿੱਤਾ ਹੋਇਆ ਹੈ। ਫਿਰ ਸਮਝ ਆਉਂਦੀ ਇਨਸਾਨ ਨੂੰ, ਉਹ ਤਾਂ ਬੜਾ ਬਖਸ਼ਾਂਦਾ ਹੈ। ਫਿਰ ਉਹਦੇ ਕਿਹੜੇ ਕਿਹੜੇ ਗੁਣ ਅਸੀਂ ਬਿਆਨ ਕਰ ਸਕਦੇ ਹਾਂ, ਉਹਦੇ ਕਿਹੜੇ ਕਿਹੜੇ ਗੁਣ ਅਸੀਂ ਬਿਆਨ ਕਰ ਸਕਦੇ ਹਾਂ। ਉਹ ਤਾਂ ਇੰਨਾ ਬਖਸ਼ਾਂਦਾ ਹੈ, ਉਹਦੇ ਗੁਣਾਂ ਨੂੰ ਤਾਂ ਅਸੀਂ ਬਿਆਨ ਹੀ ਨਹੀਂ ਕਰ ਸਕਦੇ। ਫਿਰ ਤਾਂ ਤਨ ਮਨ ਹਰ ਕਾ, ਧਨ ਸਭ ਹਰ ਕਾ, ਹਰ ਕੇ ਗੁਣ ਹੋ ਕਿਆ ਗਣੀ। ਕਹੋ ਨਾਨਕ ਹਮ ਤੁਮ ਗੁਰ ਖੋਈ ਹੈ, ਅੰਬੇ ਅੰਬ ਮਿਲੋਗਨੀ। ਫਿਰ ਤਾਂ ਇਹ ਕਹਿੰਦਾ ਤਨ ਮਨ ਹਰ ਕਾ, ਧਨ ਸਭ ਹਰ ਕਾ, ਹਰ ਕੇ ਗੁਣ ਹੋ ਕਿਆ ਗਣੀ। ਕਿਹੜੇ ਕਿਹੜੇ ਗੁਣ ਤੇਰੇ ਬਿਆਨ ਕਰਾਂ। ਪਰ ਦੇਖੋ ਗੁਰੂ ਸਾਹਿਬ ਕਿੰਨਾ ਸਾਨੂੰ ਗੱਲ ਸਮਝਾਉਂਦੇ ਨੇ, ਕਿੰਨੀ ਪਿਆਰ ਦੀਆਂ ਗੱਲਾਂ ਦੱਸਦੇ ਨੇ ਇਸ ਪਾਵਨ ਪੌੜੀ ਦੇ ਵਿੱਚ। ਛੋਟੀ ਜਿਹੀ ਪੌੜੀ ਦੇ ਵਿੱਚ ਕਿੰਨਾ ਦੂਰ ਦ੍ਰਿਸ਼ਟੀ ਤੇ ਕਿੰਨਾ ਪਿਆਰ ਹੈ। ਜਦੋਂ ਅਸੀਂ ਸਮਝ ਲਈਏ ਗੱਲ ਬਣ ਜਾਂਦੀ ਹੈ। ਫਿਰ ਕੀੜੀ ਤੋਲਣਾ ਹੋਣੀ ਦੀ ਗੱਲ ਆ ਗਈ। ਸੰਸਾਰ ਦੇ ਸਾਰੇ ਸੁੱਖ ਹੋਣ, ਧੀਆਂ ਪੁੱਤਰ ਹੋਣ, ਇਸਤਰੀ ਹੋਵੇ, ਧਨ ਦੌਲਤ ਹੋਵੇ, ਜਾਇਦਾਦ ਹੋਵੇ, ਇਹਨਾਂ ਨੂੰ ਵੇਖ ਵੇਖ ਕੇ ਮਸਤ ਹੋਈ ਜਾਵੇ। ਦੁਨੀਆ ਦੇ ਰਸ, ਦੁਨੀਆ ਦੀਆਂ ਖੁਸ਼ੀਆਂ, ਅਨੇਕਾਂ ਤਰ੍ਹਾਂ ਦੀਆਂ ਮੌਜਾਂ ਮਾਣਨ ਵਾਲੇ, ਬੜੇ ਬੜੇ ਹੁਕਮ ਚਲਾਉਣ ਵਾਲੇ, ਹੰਕਾਰੀ, ਆਫਰੇ ਹੋਏ, ਤੇਰਾ ਸਭ ਕੁਝ ਕਰਤਾਰ ਦਾ ਨਾਮ ਜਪਣ ਵਾਲਿਆਂ ਲਈ ਕੀੜੀ ਤੋਂ ਵੱਧ ਕੁਛ ਨਹੀਂ ਹੈ। ਇਹ ਸਾਰਾ ਕੁਝ ਕਰਤਾਰ ਦਾ ਨਾਮ ਜਪਣ ਵਾਲਿਆਂ ਲਈ, ਉਹਦੇ ਗੁਣ ਗਾਉਣ ਵਾਲਿਆਂ ਲਈ ਕੀੜੀ ਤੋਂ ਵੱਧ ਕੁਛ ਨਹੀਂ ਹੈ। ਭਾਵ ਬਹੁਤ ਛੋਟਾ ਜਿਹਾ, ਉਹਨਾਂ ਲਈ ਕੋਈ ਵੈਲਿਊ ਨਹੀਂ ਨਾ ਚੀਜ਼ਾਂ ਦੀ। ਜਿਹੜੇ ਉਹਦੇ ਨਾਲ ਸਮਾਉਣ ਦੀਆਂ ਜੋ ਗੱਲਾਂ ਕਰਦੇ ਨੇ, ਉਹਨਾਂ ਦੇ ਵਿੱਚ ਕੋਈ ਵੈਲਿਊ ਨਹੀਂ ਹੈ, ਕੋਈ ਕੀਮਤ ਨਹੀਂ ਹੈ ਉਹਨਾਂ ਦੇ ਕੋਲ ਇਹਨਾਂ ਚੀਜ਼ਾਂ ਦੀ। ਸੰਸਾਰ ਦੇ ਪਦਾਰਥਾਂ ਨੂੰ ਕੀੜੀ ਵਰਗੇ ਹੀ, ਕੀੜੀ ਤੋਂ ਵੀ ਛੋਟੇ ਹੀ ਉਹ ਸਮਝਦੇ ਨੇ। ਇਹਨਾਂ ਖਜ਼ਾਨੇ ਦੀ ਕੀਮਤ ਹੀ ਨਹੀਂ ਕੁਝ ਨਹੀਂ। ਉਹ ਤੇ ਕਹਿੰਦੇ ਨੇ ਕਿਆ ਤੂੰ ਰੱਤਾ ਦੇਖ ਕੇ ਪੁੱਤਰ ਕਲਤਰ ਸ਼ਿੰਗਾਰ। ਫਿਰ ਉਹਨਾਂ ਦੇ ਜ਼ੁਬਾਨ ਤੇ ਦਰਦਮ ਚੱਲਦੀ ਹੈ, ਰਸ ਭੋਗੇ ਖੁਸ਼ੀਆਂ ਕਰੇ ਮਾਨੇ ਰੰਗ ਅਪਾਰ। ਅੱਛਾ, ਬਹੁਤ ਕਰੇ ਫਰਮਾਇਸ਼ੀ ਵਰਤੇ ਹੋਏ ਅਫਾਰ, ਕਰਤਾ ਚੇਤਨ ਆਵਈ ਮਨਮੁਖ ਅੰਧ ਗਵਾਰ। ਉਹ ਤਾਂ ਅੰਧ ਗਵਾਰ ਹੈ ਜਿਹਨੂੰ ਕਰਤਾ ਚੇਤ ਨਹੀਂ ਆਉਂਦਾ। ਤਾਂ ਗੱਲ ਬੜੀ ਸਪਸ਼ਟ ਗੁਰੂ ਪਾਤਸ਼ਾਹ ਜੀ ਨੇ ਗੱਲ ਸਮਝਾ ਦਿੱਤੀ। ਦੁਨੀਆ ਦੇ ਖਜ਼ਾਨਿਆਂ ਮੇਰੇ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਮਾਨ, ਪਰ ਇਹਨਾਂ ਵਿੱਚ ਮਾਨ ਨਾ ਕਰੀ, ਹੰਕਾਰ ਨਾ ਕਰੀ ਕਿ ਦਾਤ ਤੇਰੀ ਨਹੀਂ ਹੈ, ਇਹ ਮਾਲਕ ਤੂੰ ਨਹੀਂ ਹੈ, ਇਹਦਾ ਮਾਲਕ ਕੋਈ ਹੋਰ ਹੈ, ਦੇਣ ਵਾਲਾ ਕੋਈ ਹੋਰ ਹੈ, ਦਾਤਾ ਕੋਈ ਹੋਰ ਹੈ। ਗਿਰਹਾ ਸੇਤੀ ਮਾਲ ਧਨ, ਕੋਈ ਵੈਲਿਊ ਨਹੀਂ ਹੈ ਇਹਦੀ, ਕੀੜੀ ਦੇ ਬਰਾਬਰ ਵੀ ਨਹੀਂ ਹੈ। ਜੇ ਮਾਲਕ ਦੀ ਯਾਦ ਅੰਦਰ ਵਸ ਜਾਏ ਤਾਂ ਇਹਦੀ ਕੋਈ ਕੀਮਤ ਨਹੀਂ ਹੈ। ਮੌਜਾਂ ਜੇ ਅਸਲ ਵਿੱਚ ਕਹਾਣੀ ਸਾਰੀ ਜੋ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹਦੇ ਵਿੱਚ ਦੱਸੀ ਹੈ, ਉਹ ਹੈ ਜੋ ਨਿਮਰਤਾ ਧਾਰਨ ਕਰਦੇ ਨੇ, ਜੋ ਪਿਆਰ ਨਾਲ ਉਹਦੀ ਬੰਦਗੀ ਕਰਦੇ ਨੇ, ਉਹ ਬੇਅੰਤ ਧਨਾੜ ਹੋਣ, ਉਹਨਾਂ ਨੂੰ ਕੋਈ ਪਰਵਾਹ ਨਹੀਂ ਉਹਨਾਂ ਦੀ। ਉਹਨਾਂ ਨੂੰ ਇਹ ਗੱਲ ਸਮਝ ਆ ਜਾਂਦੀ ਹੈ, ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸੁਵਾਰੇ, ਕੂੜ ਤੁਰੰਗ ਕੁਰੰਗ ਸਕੂਦਤ ਪਾਉਣ ਕੇ ਗੌਣ ਕੋ ਜਾਤ ਨਵਾਰੇ, ਭਾਰੀ ਪਜਾਣ ਕੇ ਭੂਪ ਭਲੀ ਵਿਦ ਨਿਆਵਤ ਸੀਤ ਨਾ ਜਾਤ ਵਿਚਾਰੇ, ਇਤੇ ਭੈ ਤੋ ਕਹਾਂ ਪੇ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਉਹਨਾਂ ਨੂੰ ਇਹ ਗੱਲ ਸਮਝ ਆ ਜਾਂਦੀ ਹੈ। ਕੀੜੀ ਵੱਡੀ ਹੈ ਜੇ ਉਹਦੇ ਅੰਦਰ ਗੁਣ ਹਨ, ਹਾਥੀ ਦੀ ਕੋਈ ਵੈਲਿਊ ਨਹੀਂ ਹੈ।
ਕੀੜੀ ਹੁੰਦਿਆਂ ਹੋਇਆ ਵੀ ਜੇ ਗੁਣ ਧਾਰਨ ਕਰਦੀ ਹੈ ਨਾ ਤਾਂ ਉਹ ਵੱਡੀ ਹੈ। ਹੇ ਪਪੀਲਕਾ ਗ੍ਰਸ਼ਟੇ ਗੋਬਿੰਦ ਸਿਮਰਨ ਤੁਹਿੰ ਧਨੇ। ਵਾਹ, ਤੂੰ ਬੜੀ ਧੰਨਵਾਨ ਹੈ। ਕਹਿੰਦੇ ਕੀੜੀਏ, ਪਪੀਲਕਾ ਕੀੜੀ ਨੂੰ ਕਹਿੰਦੇ ਨੇ ਗੁਰੂ ਪਾਤਸ਼ਾਹ। ਕਹਿੰਦੇ ਨੇ ਹੇ ਪਪੀਲਕਾ ਗ੍ਰਸ਼ਟੇ ਗੋਬਿੰਦ ਸਿਮਰਨ ਤੁਹਿੰ ਧਨੇ। ਤੂੰ ਧਨੀ ਹੈ ਜੇ ਤੂੰ ਗੋਬਿੰਦ ਦਾ ਸਿਮਰਨ ਕਰਨੀ ਹੈ। ਵਾਹ, ਦੇਖੋ ਕਿਆ ਕਮਾਲ ਦੀ ਗੱਲ। ਨਾਨਕ ਅਨਕ ਬਾਰ ਨਮੋ ਨਮੈ, ਤੈਨੂੰ ਅਨਕ ਬਾਰ ਨਮਸਕਾਰ ਹੈ। ਅਨਕ ਵਾਰ, ਅਨੇਕਾਂ ਵਾਰੀ ਨਮਸਕਾਰ ਹੈ। ਤੂੰ ਧਨੀ ਹੈ, ਵੱਡੀ ਹੈ, ਅਮੀਰ ਹੈ, ਪਰ ਉਹ ਧਨ ਚੁਣਨ ਲਈ, ਲੱਭਣ ਲਈ ਸਾਨੂੰ ਜੋ ਮਾਰਗਦਰਸ਼ਨ ਕੀਤਾ ਉਹ ਹੈ ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ, ਕਹੇ ਕਬੀਰ ਗੁਰ ਭਲੀ ਬਜਾਈ, ਕੀਟੀ ਹੋ ਕੇ ਖਾਏ। ਕੀਟੀ ਹੋਏ ਕਾ ਖਾਏ। ਇਹ ਤਾਂ ਖਾਧੀ ਜਾਂਦੀ। ਨਿਮਰਤਾ, ਪਿਆਰ, ਬਸ ਜਿਨ੍ਹਾਂ ਦੇ ਅੰਦਰ ਇਹ ਚੀਜ਼ਾਂ ਵਸ ਜਾਂਦੀਆਂ ਨੇ ਉਹ ਪਰਵਾਹ ਨਹੀਂ ਕਰਦੇ ਦੁਨੀਆ ਦੇ ਖਜ਼ਾਨਿਆਂ ਦੀ। ਮਾਲਕ ਕਿਰਪਾ ਕਰੇ ਕਿ ਗੁਣ ਸਾਡੇ ਅੰਦਰ ਵੀ ਆ ਜਾਣ। ਉਹ ਸਾਲਾਹਣ ਦਾ, ਉਹਦੀ ਸਿਫਤ ਸਲਾਹ ਦਾ, ਤੇ ਸਿਫਤ ਸਲਾਹ ਕਰਦੇ ਕਰਦੇ ਹੋਏ ਸਿਫਤਾਂ ਦੇ ਮਾਲਕ ਦੇ ਵਿੱਚ ਅਸੀਂ ਲੀਨ ਹੋਈਏ। ਬਸ ਇਹੋ ਹੀ ਕਹੀਏ, ਵਾਹਿਗੁਰੂ ਤੂੰ ਹੀ ਹੈ। ਹੁਕਮ ਰਜਾਈ ਚੱਲਣ ਦੀ ਜਾਚ ਆ ਜਾਏ ਤੇ ਹੁਕਮ ਰਜਾਈ ਚਲਦੇ ਚਲਦੇ ਉਹਦੇ ਦਰ ਤੇ ਪ੍ਰਵਾਨ ਹੋ ਜਾਈਏ ਜੀ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।